पंजाब मॉडल नूं लैके मैं बिल्कुल सिद्धा बिल्कुल स्पष्ट बिल्कुल साफ आ जी। मेरे कोल जिहड़ा रोड मैप आ उहदे मुताबिक मैं ही चलाउणा चाहुंदा। बिल्कुल जे इहदे नालों चंगा किसी कोल आ तां मेरे नाल कोई डिबेट कर ले। असीं जाणदे आ इन्हां दा जिहड़ा ਉਹ ਕੰਬੀਨੇਸ਼ਨ ਆ ਉਹ रूह ਤੇ शरीर वर्गा आ, ना एक तो बिना दूसरे ਦੀ कहानी संभव आ ਤੇ ना ही दूसरे तो बिना पहले ਦੀ। ਭੁਪਿੰਦਰ ਸਿੰਘ ਹਨੀ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਜਿਹੜਾ ਸੂਈ ਆ ਮਾਫੀਏ ਵਾਲੀ ਜਾਂ ਰੇਤ ਕਾਂਡ ਵਾਲੀ ਸਾਰੀ ਉਹ ਚੰਨੀ ਸਾਹਿਬ ਦੇ ਵੱਲ ਘੁੰਮਦੀ ਨਜ਼ਰ ਆਉਂਦੀ ਹੈ। ਅਕਾਲੀ ਦਲ ਦੀ ਰਵਾਇਤੀ ਪਾਰਟੀ ਹੋਣ ਦੀ ਗੱਲ ਕਰੀਏ ਤੇ ਜੇਕਰ ਸੱਤਾ ਜਿਹੜੀ ਆ ਉਹ ਬਾਦਲ ਸਾਹਿਬ ਤੋਂ ਟਰਾਂਸਫਰ ਹੋ ਕੇ ਸੁਖਬੀਰ ਸਾਹਿਬ ਕੋਲ ਆਉਂਦੀ ਆ ਤੇ ਉਹ ਵੀ ਰਵਾਇਤਾਂ ਤੋੜਨ ਦਾ ਯਤਨ ਕਰਨਗੇ ਜਿਵੇਂ ਉਹਨੇ ਪਿਛਲੇ 'ਚ ਵੀ ਕੀਤੀਆਂ, ਪਰ ਉਹ ਉਹਨਾਂ ਬਦਲਾਵ ਜਿਹੜਾ ਆ ਉਹ ਨਹੀਂ ਲਿਆ ਸਕੇ ਕਿਉਂਕਿ ਜਿਹੜੀ ਕਹਾਣੀ ਸੀ ਉਹ ਉੱਥੇ ਕਿ ਹੀ ਰੁਕੀ ਰਹੀ। ਕੈਪਟਨ ਸਾਹਿਬ ਨੇ ਕਿਹਾ ਸੀ ਕਿ ਜਦੋਂ ਚੋਣ ਜਾਬਤਾ ਲੱਗ ਜਾਏਗਾ ਮੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਹਨ ਜਾਂ ਮੇਰੇ ਕੋਲ ਬਹੁਤ ਲੋਕ ਨੇ ਜਿਹੜੇ ਮੇਰੇ ਵੱਲ ਆ ਜਾਣਗੇ। ਇਹ ਗੱਲ ਠੀਕ ਵੀ ਆ ਕਿ ਬਹੁਤ ਸਾਰੇ ਲੀਡਰ ਇੱਧਰ ਉੱਧਰ ਗਏ ਵੀ ਨੇ। ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਇਹ ਵਾਲੀਆਂ ਇਲੈਕਸ਼ਨ ਜਿਹੜੀਆਂ ਆ ਇਹ ਵਰਲਡ ਰਿਕਾਰਡ ਬਣਾਉਣਗੀਆਂ ਲੀਡਰਾਂ ਦੀਆਂ ਪਾਰਟੀਆਂ ਬਦਲਣ ਦਾ ਵੀ। ਵੱਡੇ ਵੱਡੇ ਲੀਡਰ ਜਿੱਦਾਂ ਆਪਾਂ ਹੁਣੇ ਗੱਲ ਕਰਦੇ ਹਟੇ ਆ ਕਿ ਵੋਟਾਂ ਮੰਗਣ ਲਈ ਬਾਹਰ ਜਾਂਦੇ ਨੇ ਤੇ ਕਈ ਲੀਡਰਾਂ ਨੂੰ ਤੇ ਵੋਟਾਂ ਮੰਗਣੀਆਂ ਵੀ ਨਹੀਂ ਆਉਂਦੀਆਂ ਜਾਂ ਉਹਨਾਂ ਨੂੰ ਮੁਸ਼ਕਲ ਲੱਗਦੀ ਆ ਕਿਉਂਕਿ ਉਹ 4-4 5-5 ਸਾਲ ਆਪਣੇ ਹਲਕੇ 'ਚ ਆਏ ਹੀ ਨਹੀਂ ਹੁੰਦੇ। ਪ੍ਰਸ਼ਾਂਤ ਕਿਸ਼ੋਰ ਨੇ ਹੀ ਸਲਾਹ ਦਿੱਤੀ ਸੀ ਕਿ ਜੇਕਰ ਵਿਰੋਧੀ ਧਿਰ ਦੀ ਮਜ਼ਬੂਤ ਭੂਮਿਕਾ ਵਿੱਚ ਕਿਸੇ ਨੇ ਰਹਿਣਾ ਹੈ, ਜੇਕਰ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨਾ ਹੈ ਤੇ ਉਹਦੇ ਲਈ ਕਾਂਗਰਸ ਦਾ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ। ਪੂਰੇ ਭਾਰਤ ਵਿੱਚ ਬੀਜੇਪੀ ਇੱਕ ਵੱਖਰੇ ਵੋਟ ਬੈਂਕ ਦੇ ਨਾਲ ਬਹੁਤ ਉਭਾਰ ਦੇ ਵਿੱਚ ਹੈ ਤੇ ਕਾਂਗਰਸ ਉਸ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਦੇ ਵਿੱਚ ਨਾਕਾਮਯਾਬ ਹੈ। ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਤੇ ਵੀਆਈਪੀ ਕਲਚਰ ਜਿਹੜਾ ਹੈ ਉਹ ਬਿਲਕੁਲ ਬੰਦ ਕਰ ਦਿੱਤਾ ਸੀ। ਉਹਨਾਂ ਨੇ 4.5 ਸਾਲ ਆਫਿਸ ਹੀ ਨਹੀਂ ਆਏ ਤੇ ਵੀਆਈਪੀ ਬਣੇ ਨਹੀਂ। ਉਹ ਆਪਣੇ ਘਰ 'ਚ ਰਹੇ ਤੇ ਘਰੋਂ ਆਫਿਸ ਚਲਾਉਂਦੇ ਰਹੇ ਤੇ ਉੱਥੇ ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਹੀਂ ਆਈ, ਨਾ ਲੋਕਾਂ ਨੂੰ ਤੰਗੀ ਪਰੇਸ਼ਾਨੀ ਆਈ ਕਿਉਂਕਿ ਉਹ ਕਿਸੇ ਨੂੰ ਮਿਲਦੇ ਨਹੀਂ ਸੀ। ਚੋਣ ਮਨੋਰਥ ਪੱਤਰ ਕੋਈ ਸਰਕਾਰ ਜਾਰੀ ਕਰਦੀ ਆ ਉਹਦੇ ਤੇ ਗੱਲ ਕਰਨੀ ਜਿਹੜੀ ਉਹ ਬਣਦੀ ਆ ਤਾਂ ਜੋ ਲੋਕਾਂ ਦੇ ਸਾਹਮਣੇ ਤੇ ਗੱਲ ਆਵੇ ਕਿ ਇਹ ਪਾਰਟੀ ਜਿਹੜੀ ਆ ਕੀ ਸੋਚ ਲੈ ਕੇ ਆ ਰਹੀ ਆ। ਜਿਹੜੀ ਵੀ ਪਾਰਟੀ ਆਉਂਦੀ ਆ ਜਿਹੜੀ ਵੀ ਸੋਚ ਲੈ ਕੇ ਆਉਂਦੀ ਆ ਬਾਅਦ ਵਿੱਚ ਲੋਕਾਂ ਨੂੰ ਤੇ ਉਸ ਸੋਚ ਤੋਂ ਮਾਯੂਸੀ ਹੀ ਹੁੰਦੀ ਹੈ। ਸੰਯੁਕਤ ਸਮਾਜ ਮੋਰਚੇ ਤੋਂ ਬਹੁਤ ਸਾਰੀਆਂ ਆਸਾਂ ਸਨ ਪਰ ਇਦਾਂ ਲੱਗਦਾ ਕਿ ਉਹ ਆਪਣੀ ਉਹ ਪਛਾਣ ਤੇ ਉਹ ਜਿਹੜੀ ਇੱਕ ਤੀਬਰਤਾ ਜਿਹੜੀ ਉਹਨਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਬਣਾਈ ਸੀ ਜਿਹੜੀ ਇੱਕ ਪੈਂਠ ਉਹਨੂੰ ਕਾਇਮ ਨਹੀਂ ਰੱਖ ਸਕੀ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਤੇ ਸਮੀਖਿਆ ਕਰਨ ਲਈ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਚਰਚਾ। ਨਵਜੋਤ ਸਿੰਘ ਸਿੱਧੂ ਹਾਲਾਂਕਿ ਹਮੇਸ਼ਾ ਤੋਂ ਹੀ ਆਪਣੀ ਬਿਆਨਬਾਜ਼ੀ ਕਰਕੇ ਸੁਰਖੀਆਂ ਵਿੱਚ ਰਹਿੰਦੇ ਨੇ ਪਰ ਅੱਜ ਕੱਲ੍ਹ ਉਹ ਕੁਝ ਸ਼ਸ਼ੋ-ਪੰਜ ਵਿੱਚ ਪਏ ਲੱਗਦੇ ਨੇ ਤੇ ਅੱਜ ਵੀ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਤੇ ਅਸੀਂ ਵਿਸਥਾਰ ਨਾਲ ਚਰਚਾ ਕਰਾਂਗੇ। ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 30 ਸਟਾਰ ਪ੍ਰਚਾਰਕ ਨੇ ਪਰ ਉਹਨਾਂ ਵਿੱਚ ਲੁਧਿਆਣਾ ਦੇ ਐਮਪੀ ਮਨੀਸ਼ ਤਿਵਾੜੀ ਤੇ ਗੁਲਾਮ ਨਬੀ ਆਜ਼ਾਦ ਗਾਇਬ ਨੇ ਤੇ ਭਾਜਪਾ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਹਨਾਂ ਤੇ ਕੁਝ ਹੋਰ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸ਼ਰਮਾ ਜੀ, ਨਵਜੋਤ ਸਿੰਘ ਸਿੱਧੂ ਦੇ ਕੀ ਹਾਲ ਚਾਲ ਨੇ? ਉਹ ਕੁਝ ਨਾ ਕੁਝ ਤਾਂ ਰੋਜ਼ ਕਹਿੰਦੇ ਰਹਿੰਦੇ ਨੇ ਆਪਣੇ ਆਪ ਨੂੰ ਉਹ ਬਹੁਤ ਵਾਰੀ ਮੁੱਖ ਮੰਤਰੀ ਦਾ ਚਿਹਰਾ ਜਾਣੇ ਅਣਜਾਣੇ ਐਲਾਨਦੇ ਰਹੇ ਨੇ ਪਰ ਹੁਣ ਮੈਨੂੰ ਲੱਗਦਾ ਹੈ ਕਿ ਕਿਧਰੇ ਨਾ ਕਿਧਰੇ ਜਾ ਕੇ ਉਹ ਥੋੜੇ ਜਿਹੇ ਇਸ ਮੁੱਦੇ ਨੂੰ ਲੈ ਕੇ ਸ਼ਸ਼ੋ-ਪੰਜ ਵਿੱਚ ਪਏ ਹੋਏ ਨੇ। ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਕੀ ਹੋਣ ਵਾਲਾ ਹੈ ਅੱਗੇ। ਸੋ ਉਹਨਾਂ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਹੈ, ਕੀ ਕਹਿਣਾ ਚਾਹੋਗੇ? ਦੇਖੋ ਜੀ, ਉਹ ਸ਼ਸ਼ੋ-ਪੰਜ 'ਚ ਪਏ ਹੋਏ ਹਨ ਇਹ ਤਾਂ ਤੁਸੀਂ ਕਹਿ ਰਹੇ ਆ ਜੀ। ਉਹ ਤਾਂ ਕਹਿੰਦੇ ਆ ਕਿ ਪੰਜਾਬ ਮਾਡਲ ਨੂੰ ਲੈ ਕੇ ਮੈਂ ਬਿਲਕੁਲ ਸਿੱਧਾ ਬਿਲਕੁਲ ਸਪਸ਼ਟ ਬਿਲਕੁਲ ਸਾਫ਼ ਆ ਮੇਰੇ ਕੋਲ ਜਿਹੜਾ ਰੋਡ ਮੈਪ ਆ ਉਹਦੇ ਮੁਤਾਬਕ ਮੈਂ ਹੀ ਚਲਾਉਣਾ ਚਾਹੁੰਦਾ। ਬਿਲਕੁਲ ਜੇ ਇਹਦੇ ਨਾਲੋਂ ਚੰਗਾ ਕਿਸੇ ਕੋਲ ਆ ਤਾਂ ਮੇਰੇ ਨਾਲ ਕੋਈ ਡਿਬੇਟ ਕਰ ਲੈ ਤੇ ਮੈਂ ਉਹਦੇ ਪਿੱਛੇ ਲੱਗਣ ਨੂੰ ਵੀ ਤਿਆਰ ਹਾਂ। ਇਹ ਗੱਲ ਉਹ ਅੱਜ ਨਹੀਂ ਕਹਿ ਰਹੇ, ਇਹ ਗੱਲ ਉਹ ਕਈ ਵਾਰ ਕਹਿ ਚੁੱਕੇ ਨੇ। ਬਿਲਕੁਲ ਅਸੀਂ ਜਾਣਦੇ ਹਾਂ ਕਿ ਕ੍ਰਿਕਟ ਦੇ ਵਿੱਚ ਵੀ ਰਹੇ ਆ, ਉਦੋਂ ਵੀ ਉਹ ਮੋਹਰੀ ਰਹੇ। ਕਪਤਾਨੀ ਉਹਨਾਂ ਨੇ ਨਹੀਂ ਕੀਤੀ ਜਾਂ ਕਿਤੇ ਕੀਤੀ ਹੋਵੇ ਮੈਨੂੰ ਸ਼ਾਇਦ ਬਹੁਤਾ ਯਾਦ ਨਹੀਂ। ਐਂਕਰਿੰਗ ਜਾਂ ਟੀਵੀ ਦੀ ਜਿਹੜੀ ਕਲਾਕਾਰੀ ਦੀ ਦੁਨੀਆ ਸੀ ਉਹਦੇ ਵਿੱਚ ਵੀ ਉਹ ਰਹੇ। ਉਸ ਤੋਂ ਬਾਅਦ ਸਿਆਸਤ 'ਚ ਵੀ ਆਏ, ਮੈਂਬਰ ਪਾਰਲੀਮੈਂਟ ਵੀ ਬਣੇ ਤੇ ਵਿਧਾਇਕ ਵੀ ਬਣੇ ਹੋਏ ਨੇ। ਉਹਨਾਂ ਨੇ ਇਹ ਗੱਲ ਮਹਿਸੂਸ ਕੀਤੀ ਕਿ ਜੋ ਕੁਝ ਉਹ ਕਰਨਾ ਚਾਹੁੰਦੇ ਨੇ ਉਹ ਸਿਰਫ ਐਮਐਲਏ ਜਾਂ ਮੰਤਰੀ ਬਣ ਕੇ ਨਹੀਂ ਹੋ ਸਕਦਾ ਜੋ ਉਹਨਾਂ ਨੂੰ ਇਹ ਜਿਹੜੀ ਆ ਫੀਲ ਹੋ ਰਹੀ ਹੈ। ਇਹ ਗੱਲ ਅਸੀਂ ਜਾਣਦੇ ਹਾਂ ਕਿ ਹਰ ਕੋਈ ਬੰਦਾ ਪੂਰੀ ਤਾਕਤ ਜਿਹੜੀ ਆ ਉਹ ਚਾਹੁੰਦਾ। ਵਿਧਾਇਕ
ਬਣਨ ਤੋਂ ਬਾਅਦ ਹਰ ਬੰਦੇ ਦੀ ਜਿਹੜੀ ਇੱਛਾ ਆ ਉਹ ਕੈਬਨਿਟ 'ਚ ਜਾਣ ਦੀ ਹੁੰਦੀ ਆ ਤੇ ਇੱਕ ਅੱਧੀ ਵਾਰ ਕੈਬਨਿਟ ਤੋਂ ਜਾਣ ਤੇ ਬਾਅਦ ਉਹ ਬੰਦਾ ਜਿਹੜਾ ਆ ਉਹ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਹੀ ਬਣਨਾ ਚਾਹੁੰਦਾ, ਚਾਹੇ ਉਹ ਕੋਈ ਵੀ ਹੋਵੇ, ਕਿਉਂਕਿ ਜਿਹੜੀ ਅਗਲੀ ਪੌੜੀ ਤੇ ਚੜ੍ਹਨ ਦੀ, ਅਗਲੇ ਡੰਡੇ ਤੇ ਪੈਰ ਰੱਖਣ ਦੀ ਇੱਛਾ ਤੇ ਅਸੀਂ ਹਮੇਸ਼ਾ ਹੀ ਰੱਖਦੇ ਹਾਂ। ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤੇ ਉਹ ਜਿਹੋ ਜਿਹੀਆਂ ਗੱਲਾਂ ਕਰਦੇ ਰਹੇ ਨੇ, ਜਿੰਨਾ ਉਹਨਾਂ ਨੇ ਇਹਨਾਂ ਮੁੱਦਿਆਂ ਨੂੰ ਉਭਾਰਿਆ ਬੀਤੇ ਦਿਨਾਂ ਦੇ ਵਿੱਚ, ਇਸ ਗੱਲ ਨੂੰ ਤੁਸੀਂ ਵੀ ਤਸਦੀਕ ਕਰਦੇ ਆ ਤੇ ਲੋਕ ਵੀ ਤਸਦੀਕ ਕਰਦੇ ਆ। ਹੋਰ ਕਿਸੇ ਨੇ ਵੀ ਪਾਰਟੀ ਦੇ ਅੰਦਰ ਜਾਂ ਪਾਰਟੀ ਦੇ ਬਾਹਰ ਕਿਸੇ ਨੇ ਵੀ ਪੰਜਾਬ ਦੇ ਮੁੱਦਿਆਂ ਦੀ ਏਡੀ ਗੱਲ ਨਹੀਂ ਕੀਤੀ। ਬਿਲਕੁਲ ਫ੍ਰੀ ਬੀਜ ਦੀ ਗੱਲ ਕੀਤੀ ਹੋਊਗੀ, ਹੋਰ ਗੱਲਾਂ ਬਹੁਤ ਸਾਰੀਆਂ ਕੀਤੀਆਂ ਹੋਣਗੀਆਂ। ਅਕਾਲੀ ਸਰਕਾਰ ਦੇ ਵੇਲੇ ਆਪਣੇ 10 ਸਾਲ ਦੇ ਹੋਏ ਕੰਮਾਂ ਦੀ ਗਿਣਤੀ ਜ਼ਰੂਰ ਸਾਰਿਆਂ ਨੇ ਕੀਤੀ ਹੋਵੇਗੀ ਜੀ, ਪਰ ਜਿੰਨੀ ਕੁ ਰਾਜਨੀਤੀ ਦੇ ਵਿੱਚ ਮੁੱਦਿਆਂ ਦੀ ਅਣਦੇਖੀ ਹੁੰਦੀ ਆ, ਵੋਟਾਂ ਦੇ ਨੇੜੇ ਆ ਕੇ ਚਿਹਰੇ ਹਾਵੀ ਹੋ ਜਾਂਦੇ ਆ, ਮੁੱਦੇ ਸੈਕੰਡਰੀ ਰਹਿ ਜਾਂਦੇ ਆ। ਅਸੀਂ ਜਾਣਦੇ ਆ ਇਹਨਾਂ ਦਾ ਜਿਹੜਾ ਉਹ ਕੰਬੀਨੇਸ਼ਨ ਆ ਉਹ ਰੂਹ ਤੇ ਸਰੀਰ ਵਰਗਾ ਆ, ਨਾ ਇੱਕ ਤੋਂ ਬਿਨਾਂ ਦੂਸਰੇ ਦੀ ਕਹਾਣੀ ਸੰਭਵ ਆ ਤੇ ਨਾ ਹੀ ਦੂਸਰੇ ਤੋਂ ਬਿਨਾਂ ਪਹਿਲੇ ਦੀ। ਕੋਈ ਚਿਹਰਾ ਵੱਡਾ ਹੋਵੇਗਾ ਉਹੀ ਮੁੱਦੇ ਰੱਖੇਗਾ ਤੇ ਉਹਦੀ ਗੱਲ ਜਿਹੜੀ ਆ ਉਹ ਵੱਧ ਸੁਣੀ ਜਾਂਦੀ ਹੈ। ਨਹੀਂ ਤੇ ਅਸੀਂ ਬਹੁਤ ਵਾਰ ਚੰਗੀਆਂ ਗੱਲਾਂ ਕਰਦੇ ਆ ਤੇ ਉਹ ਜਿਹੜੀਆਂ ਨੇ ਉਹ ਕੁਝ ਕੁ ਲੋਕਾਂ ਤੱਕ ਪਹੁੰਚਦੀਆਂ ਨੇ ਤੇ ਉਹਨਾਂ ਨੂੰ ਅਮਲੀ ਜਾਮਾ ਜਿਹੜਾ ਉਹ ਨਹੀਂ ਪਹਿਨਾਇਆ ਜਾ ਸਕਦਾ ਜੀ। ਬੀਤੇ ਦਿਨੀ ਰਾਹੁਲ ਗਾਂਧੀ ਜਦੋਂ ਆਏ ਤੇ ਉਦੋਂ ਸਟੇਜ ਤੋਂ ਹੀ ਚੰਨੀ ਸਾਹਿਬ ਨੇ ਵੀ ਤੇ ਸਿੱਧੂ ਸਾਹਿਬ ਨੇ ਵੀ ਇਹ ਕਿਹਾ ਕਿ ਜਿਹਨੂੰ ਮਰਜ਼ੀ ਬਣਾ ਦਿਓ ਪਰ ਚਿਹਰਾ ਦੇ ਜ਼ਰੂਰ ਦਿਓ। ਉਸ ਦਿਨ ਵੀ ਇਸ ਗੱਲ ਦੀਆਂ ਕਿਆਸਰਾਈਆਂ ਲੱਗਦੀਆਂ ਸੀ ਕਿ ਇਹ ਕਹਿ ਤੇ ਦਿੱਤੀ ਆ ਗੱਲ, ਕੀ ਇਸ ਗੱਲ ਦੇ ਉੱਤੇ ਉਹ ਕਾਮਯਾਬ ਰਹਿਣਗੇ, ਇਸ ਗੱਲ ਦੇ ਉੱਤੇ ਡਟੇ ਰਹਿਣਗੇ ਜੀ। ਕੱਲ ਦੁਪਹਿਰ ਰਾਹੁਲ ਗਾਂਧੀ ਲੁਧਿਆਣੇ ਆ ਕੇ ਐਤਵਾਰ ਨੂੰ 6 ਤਰੀਕ ਨੂੰ ਜਿਹੜਾ ਪਾਰਟੀ ਦੇ ਚਿਹਰੇ ਦਾ ਐਲਾਨ ਉਹ ਕਰ ਦੇਣਗੇ ਜੀ। ਤੇ ਹੁਣ ਵੀ ਬਹੁਤ ਸਾਰੇ ਲੀਡਰਾਂ ਵੱਲੋਂ ਇਹ ਬਿਆਨ ਆ ਰਹੇ ਨੇ ਕਿ ਇਦਾਂ ਨਹੀਂ ਕਰਨਾ ਚਾਹੀਦਾ, ਪਾਰਟੀ ਨੂੰ ਜਿਹੜਾ ਚਿਹਰਾ ਆ ਉਹ ਦੇਣਾ ਹੀ ਨਹੀਂ ਚਾਹੀਦਾ ਜੀ। ਜਦ ਕਿ ਦੱਬੀ ਸੁਰ ਦੇ ਵਿੱਚ ਬਹੁਤ ਸਾਰੇ ਲੋਕ ਪਹਿਲਾਂ ਇਹ ਗੱਲ ਕਹਿ ਰਹੇ ਸੀ ਕਿ ਚਿਹਰਾ ਜਿਹੜਾ ਆ ਉਹ ਐਲਾਨ ਕਰ ਦੇਣਾ ਚਾਹੀਦਾ, ਕਿਉਂਕਿ ਮੀਡੀਆ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਪਾਸੇ ਦੇਖਦਾ ਸੀ। ਜਦੋਂ ਉਹਨਾਂ ਨੇ ਐਲਾਨ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਪ੍ਰੈਸ਼ਰ ਸੀ ਉਹ ਕਾਂਗਰਸ ਵਾਲੇ ਪਾਸੇ ਆ ਗਿਆ, ਮੀਡੀਆ ਤੋਂ ਲੈ ਕੇ ਵੀ। ਤੇ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਜਾਖੜ ਸਾਹਿਬ ਦਾ ਨਾਮ ਵੀ ਸੀ ਤੇ ਉਹਨਾਂ ਨੇ ਬੀਤੇ ਦਿਨੀ ਕੁਝ ਪ੍ਰੈਸ ਕਾਨਫਰੰਸ ਕਰਕੇ ਜਾਂ ਕਿਤੇ ਭਾਸ਼ਣ ਦੇ ਵਿੱਚ ਆਪਣੀ ਗੱਲ ਰੱਖੀ ਵੀ ਆ ਕਿ ਹਾਈ ਕਮਾਂਡ ਜਿਹੜੀ ਆ ਉਹ ਕਿਸੇ ਹੋਰ ਨੀਤੀ ਦੇ ਉੱਤੇ ਚੱਲਦੀ ਆ। ਹੁਣ ਅੱਜ ਫੇਰ ਨਵਜੋਤ ਸਿੰਘ ਸਿੱਧੂ ਨੇ ਬਿਲਕੁਲ ਉਸੇ ਗੱਲ ਤੇ ਉੱਤੇ ਲਿਆ ਕੇ ਗੱਲ ਖੜੀ ਕੀਤੀ ਆ ਕਿ ਤੁਸੀਂ ਕਿਸ ਨੂੰ ਬਣਾਓਗੇ। ਕੀ ਤੁਸੀਂ ਇੱਕ ਕਮਜ਼ੋਰ ਚਿਹਰਾ ਉਤਾਰਨਾ ਚਾਹੁੰਦੇ ਆ? ਕੀ ਤੁਸੀਂ ਮਾਫੀਆ ਦੇ ਨਾਲ ਰਲਿਆ ਹੋਇਆ ਚਿਹਰਾ ਉਤਾਰਨਾ ਚਾਹੁੰਦੇ ਆ? ਤੇ ਉਹ ਮਾਫੀਏ ਵਾਲੀ ਗੱਲ ਜਿਹੜੀ ਅਸੀਂ ਸਾਰੇ ਜਾਣਦੇ ਹਾਂ ਕਿ ਈਡੀ ਦੀਆਂ ਰੇਡਸ ਤੋਂ ਬਾਅਦ, ਭੁਪਿੰਦਰ ਸਿੰਘ ਹਨੀ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਜਿਹੜਾ ਸੂਈ ਆ ਮਾਫੀਏ ਵਾਲੀ ਜਾਂ ਰੇਤ ਕਾਂਡ ਵਾਲੀ ਸਾਰੀ ਉਹ ਚੰਨੀ ਸਾਹਿਬ ਦੇ ਵੱਲ ਘੁੰਮਦੀ ਨਜ਼ਰ ਆਉਂਦੀ ਆ ਜੀ। ਤੇ ਜੇਕਰ ਉਹ ਇਹ ਗੱਲ ਕਹਿੰਦੇ ਨੇ ਤੇ ਜਿਹੜੀ ਨਾਲ ਉਹ ਗੱਲ ਕਹਿੰਦੇ ਨੇ ਹਰਪ੍ਰੀਤ ਜੀ, ਉਹ ਬੜੀ ਇੰਪੋਰਟੈਂਟ ਵੀ ਆ, ਢੁਕਵੀਂ ਵੀ ਆ ਤੇ ਉਹ ਜਿਹੜੀ ਆ ਇੱਕ ਨਿਸ਼ਾਨੇ ਵਾਲੀ ਵੀ ਆ ਜੀ। ਸਿੱਧੂ ਸਾਹਿਬ ਨੇ ਕਿਹਾ ਕਿ ਜੇਕਰ ਤੁਸੀਂ ਇੱਕ ਕਮਜ਼ੋਰ ਚਿਹਰਾ ਉਤਾਰੋਗੇ, ਜੇਕਰ ਤੁਸੀਂ ਮਾਫੀਏ ਨਾਲ ਰਲਿਆ ਹੋਇਆ ਚਿਹਰਾ ਉਤਾਰੋਗੇ ਤਾਂ ਲੋਕਾਂ ਕੋਲ ਹੋਰ ਬਦਲ ਵੀ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਉਹ ਲੋਕਾਂ ਨੂੰ ਫਿਰ ਆਪਣਾ ਚਿਹਰਾ ਨਾ ਆਉਣ ਦੀ ਸੂਰਤ ਦੇ ਵਿੱਚ ਪਾਰਟੀ ਦੇ ਅੰਦਰ ਰਹਿ ਕੇ ਹੀ ਦੂਸਰੀ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਕਰਦੇ ਨੇ ਜੀ। ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜਾ ਇਸ ਵੇਲੇ ਦਾ ਚੋਣ ਦੰਗਲ ਸਜਿਆ ਹੋਇਆ ਉਹਦੇ ਵਿੱਚ ਅਕਾਲੀ ਦਲ, ਕਾਂਗਰਸ ਤੋਂ ਇਲਾਵਾ ਵੱਡੀ ਧਿਰ ਬਣ ਕੇ ਆਮ ਆਦਮੀ ਪਾਰਟੀ ਪਿਛਲੀ ਵਾਰ ਉੱਭਰੀ ਸੀ ਤੇ ਇਸ ਵਾਰ ਵੀ ਉਹ ਸਰਕਾਰ ਬਣਾਉਣ ਵਾਲੇ ਪਾਸੇ ਨੂੰ ਦੇਖ ਰਹੇ ਨੇ ਜੀ। ਤੇ ਦੋਨਾਂ ਹੀ ਪਾਰਟੀਆਂ ਨੂੰ ਰਵਾਇਤੀ ਪਾਰਟੀਆਂ ਮੰਨਿਆ ਜਾਂਦਾ ਤੇ ਉਹ ਪਾਰਟੀ ਮੁਕਾਬਲਤਨ ਨਵੀਂ ਆ ਜਾਂ ਕੁਝ ਨਵੀਆਂ ਗੱਲਾਂ ਵੀ ਕਰਦੀ ਆ, ਤੁਸੀਂ ਇਦਾਂ ਵੀ ਕਹਿ ਸਕਦੇ ਹੋ ਜੀ। ਅਸੀਂ ਇਹ ਗੱਲ ਵੀ ਸਮਝਦੇ ਹਾਂ ਕਿ ਜੇਕਰ ਅਕਾਲੀ ਦਲ ਦੀ ਰਵਾਇਤੀ ਪਾਰਟੀ ਹੋਣ ਦੀ ਗੱਲ ਕਰੀਏ ਤੇ ਜੇਕਰ ਸੱਤਾ ਜਿਹੜੀ ਆ ਉਹ ਬਾਦਲ ਸਾਹਿਬ ਤੋਂ ਟਰਾਂਸਫਰ ਹੋ ਕੇ ਸੁਖਬੀਰ ਸਾਹਿਬ ਕੋਲ ਆਉਂਦੀ ਆ ਤੇ ਉਹ ਵੀ ਰਵਾਇਤਾਂ ਤੋੜਨ ਦਾ ਯਤਨ ਕਰਨਗੇ ਜਿਵੇਂ ਉਹਨੇ ਪਿਛਲੇ 'ਚ ਵੀ ਕੀਤੀਆਂ, ਪਰ ਉਹ ਉਹਨਾਂ ਬਦਲਾਵ ਜਿਹੜਾ ਆ ਉਹ ਨਹੀਂ ਲਿਆ ਸਕੇ ਕਿਉਂਕਿ ਜਿਹੜੀ ਕਹਾਣੀ ਸੀ ਉਹ ਉੱਥੇ ਕਿ ਹੀ ਰੁਕੀ ਰਹੀ ਜੀ। ਤੇ ਕਾਂਗਰਸ ਦੇ ਵਿੱਚ ਜੋ 4.5 ਸਾਲ ਦੇ ਮੁੱਖ ਮੰਤਰੀਸ਼ਿਪ ਦੇ ਦੌਰਾਨ ਕੈਪਟਨ ਸਾਹਿਬ ਨੇ ਕੀਤਾ, ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਲੱਗਦਾ ਸੀਗਾ ਕਿ ਜੇਕਰ ਸਿੱਧੂ ਦੇ ਕੋਲ ਕਮਾਂਡ ਆਉਂਦੀ ਆ ਤੇ ਕੁਝ ਨਵਾਂ ਜਿਹੜਾ ਆ ਉਹ ਹੋ ਸਕੇਗਾ ਜੀ। ਜੇਕਰ ਇਹਨਾਂ ਸਮੇਂ ਦੀਆਂ ਚੋਣਾਂ ਦੀ ਗੱਲ ਕਰੀਏ ਤੇ ਕੋਈ 10 ਤੋਂ 12 ਅਜਿਹੀਆਂ ਸੀਟਾਂ ਨੇ ਜਿੱਥੇ ਕਿ ਬਿਲਕੁਲ ਸਾਫ਼-ਸਾਫ਼ ਸ਼ਬਦਾਂ 'ਚ ਬਗਾਵਤ ਨਜ਼ਰ ਆਉਂਦੀ ਆ ਜੀ। ਤੇ ਉਹਦੇ ਖਿਲਾਫ ਵੇਲੇ ਕਵੇਲੇ ਕੁਝ ਲੋਕ ਬੋਲੇ ਵੀ ਨੇ ਤੇ ਕੁਝ ਲੋਕ ਚੁੱਪ ਵੀ ਨੇ ਤੇ ਹਾਈ ਕਮਾਂਡ ਜਿਹੜੀ ਆ ਉਹ ਇੱਕ ਵੱਖਰੇ ਤਰੀਕੇ ਦਾ ਤਮਾਸ਼ਾ ਦੇਖ ਰਹੀ ਹੈ ਜੀ। ਸ਼ਰਮਾ ਜੀ, ਤੁਸੀਂ ਵਿੱਚ ਜਿਵੇਂ ਇੱਕ ਗੱਲ ਇਹ ਕਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਹ ਕਿਹਾ ਹੈ ਕਿ ਮਾਫੀਆ ਨੂੰ ਤੁਸੀਂ ਸੱਤਾ ਦੇਣਾ ਚਾਹੁੰਦੇ ਹੋ, ਮਤਲਬ ਸਿੱਧੇ ਤੌਰ ਤੇ ਉਹਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਇਸ਼ਾਰਾ ਕਰ ਦਿੱਤਾ। ਪਰ ਗੱਲ ਸੋਚਣ ਵਾਲੀ ਇਹ ਹੈ ਕਿ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਇਲਜ਼ਾਮਾਂ ਤੋਂ ਅਛੂਤੇ ਤਾਂ ਉਹ ਉਸ ਵੇਲੇ ਵੀ ਨਹੀਂ ਸੀ, ਫਿਰ ਉਸ ਵੇਲੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕਿਉਂ ਖੜੇ ਸੀ? ਦੇਖੋ, ਗੱਲ ਤੁਹਾਡੀ ਬਿਲਕੁਲ ਠੀਕ ਆ। ਉਸ ਵੇਲੇ ਉਹ ਉਹਨਾਂ ਦੇ ਨਾਲ ਕਿਉਂ ਖੜੇ ਸੀ ਇਹਦਾ ਜਵਾਬ ਤੇ ਉਹੀ ਦੇ ਸਕਦੇ ਨੇ, ਪਰ ਜੋ ਸਾਡੀ ਸਮਝ 'ਚ ਆਉਂਦਾ ਉਹ ਇਹ ਗੱਲ ਸੀ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ
ਥੋੜੀ ਦੇਰ ਦੇ ਮੁੱਖ ਮੰਤਰੀ ਰਹਿਣਗੇ। ਨਾਈਟ ਵਾਚਮੈਨ ਵਾਲੀ ਜਿਹੜੀ ਉਪਾਧੀ ਉਹਨਾਂ ਕੋਲ ਰਹੇਗੀ, 2-3 ਮਹੀਨੇ ਦਾ ਸਮਾਂ ਹੈ। ਕੁਝ ਐਲਾਨ ਕਰਨਗੇ, ਕੁਝ ਚੀਜ਼ਾਂ ਉਹਨਾਂ ਦੇ ਮੁਤਾਬਕ ਚਲਾਉਣਗੇ, ਕਿਉਂਕਿ ਲੱਗਦਾ ਸੀਗਾ ਕਿ ਇਹ ਉਹਨਾਂ ਨੂੰ ਗਵਰਨ ਕਰਨਗੇ, ਉਹਨਾਂ ਦੇ ਪਿੱਛੇ ਬੈਕ ਐਂਡ ਪਾਵਰ ਬਣ ਕੇ ਚੱਲਣਗੇ। ਪਰ ਉਹ 2 ਦਿਨ ਹੀ ਗੱਲ ਰਹੀ, ਉਸ ਤੋਂ ਬਾਅਦ ਉਹ ਜਿਹੜੀ ਕਹਾਣੀ ਆ ਉਹ ਬਦਲ ਗਈ। ਹੁਣ ਉਹਨਾਂ ਨੇ ਜਿਹੜੀ ਅੱਜ ਗੱਲ ਕੀਤੀ ਆ ਕਿ ਜੇਕਰ ਤੁਸੀਂ ਕਮਜ਼ੋਰ ਚਿਹਰਾ ਦਿਓਗੇ ਫਿਰ ਤੁਸੀਂ 60 ਸੀਟਾਂ ਕਿਵੇਂ ਜਿੱਤ ਸਕੋਗੇ। ਬਿਲਕੁਲ। ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਹਾਈ ਕਮਾਂਡ ਨੂੰ ਬਹੁਤ ਸਾਫ਼ ਸੰਦੇਸ਼ ਦੇਣ ਦੀ ਗੱਲ ਕੀਤੀ ਆ। ਹਾਈ ਕਮਾਂਡ ਇਸ ਸੰਦੇਸ਼ ਨੂੰ ਕਿੱਦਾਂ ਲੈਂਦੀ ਆ, ਕੱਲ ਦੇ ਐਲਾਨ ਤੋਂ ਬਾਅਦ ਦੀ ਸਥਿਤੀ ਕਿਹੋ ਜਿਹੀ ਬਣਦੀ ਆ, ਨਵਜੋਤ ਸਿੰਘ ਸਿੱਧੂ ਕੀ ਫੈਸਲਾ ਲੈਂਦੇ ਨੇ, ਇਹ ਵੀ ਇੱਕ ਵੱਡੀ ਗੱਲ ਆ। ਜਿੰਨੇ ਕੁ ਉਹ ਮੂਡੀ ਨੇ, ਜਿੰਨੇ ਕੁ ਜਿੱਦੀ ਨੇ, ਜੇਕਰ ਉਹ ਕੱਲ ਦੇ ਐਲਾਨ ਤੋਂ ਬਾਅਦ ਵੀ ਚੁੱਪ ਕਰਕੇ ਬੈਠ ਜਾਣਗੇ ਤਦ ਵੀ ਉਹ ਇੱਕ ਵੱਡਾ ਨੁਕਸਾਨ ਜਿਹੜਾ ਆ ਉਹ ਕਾਂਗਰਸ ਦਾ ਕਰ ਸਕਣਗੇ। ਪਰ ਹਾਲੇ ਦੇਖਣਾ ਇਹ ਪਵੇਗਾ ਕਿ ਹਾਈ ਕਮਾਂਡ ਕੀ ਫੈਸਲਾ ਲੈਂਦੀ ਹੈ। ਹਾਈ ਕਮਾਂਡ ਦੇ ਕੋਲ ਚੰਨੀ ਨੂੰ ਫਾਰਵਰਡ ਕਰਨ ਦਾ ਜਾਂ ਉਹਨਾਂ ਨੂੰ ਮੂਹਰੇ ਲੈ ਕੇ ਆਉਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਆਪਦੇ ਧਿਆਨ ਤੋਂ, ਆਪਦੇ ਚਿੱਤ ਤੋਂ, ਆਪਦੇ ਇੰਟੈਲੈਕਟ ਤੋਂ, ਆਪਦੀ ਅਕਲ ਦੇ ਹਿਸਾਬ ਤੋਂ ਤਾਂ ਉਹ ਚੰਗਾ ਹੀ ਫੈਸਲਾ ਲੈਣਗੇ, ਕਿਉਂਕਿ ਕੋਈ ਵੀ ਇਲੈਕਸ਼ਨ ਦੇ ਵਿੱਚ ਹਾਰਨ ਵਾਲੇ ਫੈਸਲੇ ਨਹੀਂ ਲੈਂਦਾ। ਪਰ ਉਹਨਾਂ ਫੈਸਲਿਆਂ ਨੂੰ ਲੋਕ ਕਿਵੇਂ ਸਮਝਦੇ ਨੇ, ਲੋਕ ਉਹਨਾਂ ਦੇ ਉੱਤੇ ਕਿਵੇਂ ਰਿਐਕਟ ਕਰਦੇ ਨੇ, ਵੋਟਾਂ ਕਿਵੇਂ ਟ੍ਰਾਂਸਫਰ ਹੁੰਦੀਆਂ ਨੇ, ਇਹ ਗੱਲ ਦੇਖਣੀ ਪਵੇਗੀ। ਜੀ ਸ਼ਰਮਾ ਜੀ, ਭੁਪਿੰਦਰ ਸਿੰਘ ਹਨੀ ਦੀ ਅਸੀਂ ਗੱਲ ਕੀਤੀ ਹੈ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਂਜੇ ਦੀ, ਜਿਨ੍ਹਾਂ ਨੂੰ ਰਾਤੋਂ ਰਾਤ ਚੱਕ ਲਿਆ ਗਿਆ ਤੇ ਈਡੀ ਦੀ ਰੇਡ ਹੋਈ ਉਹਨਾਂ ਤੇ, ਉਹਨਾਂ ਦੀ ਗ੍ਰਿਫਤਾਰੀ ਤਾਂ ਹੋ ਚੁੱਕੀ ਹੈ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਬਹੁਤ ਸਾਰੇ ਐਮਐਲਏ ਲੀਡਰ ਹੁਣ ਈਡੀ ਦੀ ਰਡਾਰ ਤੇ ਨੇ, ਕੀ ਕਹਿਣਾ ਚਾਹੋਗੇ? ਬਿਲਕੁਲ ਹਰਪ੍ਰੀਤ ਜੀ, ਤੁਹਾਡਾ ਸਵਾਲ ਜਿਹੜਾ ਹੈ ਉਹ ਪਹਿਲੇ ਸਵਾਲ ਨਾਲ ਹੀ ਜੁੜਿਆ ਹੋਇਆ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਕੋਰਿਲੇਟ ਕਰਦੀਆਂ, ਇੰਟਰਲੇਟ ਕਰਦੀਆਂ। ਜਦੋਂ ਨਵਜੋਤ ਸਿੰਘ ਸਿੱਧੂ ਮਾਫੀਆ ਵਾਲੇ ਸੀਐਮ ਦੀ ਜਾਂ ਮਾਫੀਏ ਨਾਲ ਜੁੜੇ ਹੋਏ ਸੀਐਮ ਦੀ ਗੱਲ ਕਰਦੇ ਆ ਤਾਂ ਫਿਰ ਸਾਨੂੰ ਇਹ ਜਿਹੜੀਆਂ ਈਡੀ ਦੀਆਂ ਰੇਡਸ ਆ ਉਹ ਵੀ ਯਾਦ ਆਉਂਦੀਆਂ। ਤੇ ਉਹ ਰੇਡਸ ਜਿਹੜੀਆਂ ਆ 18 ਜਨਵਰੀ ਨੂੰ ਹੁੰਦੀਆਂ, ਉਸ ਤੋਂ ਬਾਅਦ ਮਸਲਾ ਲੱਗਦਾ ਸੀਗਾ ਕਿ ਦੱਬਿਆ ਗਿਆ। ਪਰ ਕੱਲ ਅਚਾਨਕ ਫੇਰ ਤੋਂ ਗ੍ਰਿਫਤਾਰੀ, ਫੇਰ ਸਵਾਲਾਂ ਦੀ ਵਿਛਾੜ, ਫੇਰ ਸਵਾਲਾਂ ਤੋਂ ਬਾਅਦ ਗ੍ਰਿਫਤਾਰੀ, ਈਡੀ ਦੇ ਦਫ਼ਤਰ ਜਾਣਾ, ਕੁਝ ਹੋਰ ਦਿਨਾਂ ਦੀ ਰਿਮਾਂਡ, ਉਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹ ਇਸ ਗੱਲ ਵੱਲ ਵੀ ਰੇਖਾ ਜਿਹੜੀ ਇੰਕਿਤ ਕਰਦੀਆਂ ਕਿ ਇਹ ਜਿਹੜੀ ਈਡੀ ਹੈ ਉਹ ਹਾਲੇ ਇਸ ਮਸਲੇ 'ਚ ਚੁੱਪ ਕਰਨ ਵਾਲੀ ਲੱਗਦੀ ਨਹੀਂ। ਤੇ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਡਟੇ ਹੋਏ ਨੇ, ਕਾਂਗਰਸ ਹਾਈ ਕਮਾਂਡ ਕਿਸੇ ਹੋਰ ਪਾਸੇ ਆ, ਤੇ ਚੰਨੀ ਸਾਹਿਬ ਦੇ ਲਈ ਮੁਸ਼ਕਿਲ ਜਿਹੜੀ ਹੈ ਉਹ ਈਡੀ ਵਾਲੇ ਪਾਸਿਓਂ ਜ਼ਰੂਰ ਬਣੀ ਹੋਈ ਆ। ਹੁਣ ਕੱਲ ਦੀ ਖਬਰ ਉਹਨਾਂ ਦੇ ਭਤੀਜੇ ਕੇ ਭਾਣਜੇ ਜੋ ਵੀ ਹੈ, ਉਸ ਤੋਂ ਬਾਅਦ ਖਬਰਾਂ ਅਖਬਾਰਾਂ ਦੀਆਂ ਇਹ ਵੀ ਆ ਰਹੀਆਂ ਕਿ 13 ਤੋਂ ਵੱਧ ਵਿਧਾਇਕ, ਮੌਜੂਦਾ ਐਮਐਲਏ, ਜ਼ਾਹਿਰ ਹੈ ਉਹ ਸਰਕਾਰ ਦੇ ਹੀ ਹੋਣਗੇ ਤੇ ਕੁਝ ਦੂਸਰੀਆਂ ਪਾਰਟੀਆਂ ਦੇ ਵੀ ਹੋ ਸਕਦੇ ਨੇ, ਨਾਲ ਦੀ ਨਾਲ 20-22 ਵੱਡੇ ਆਗੂ, ਇੱਕ ਤਾਂ ਐਮਐਲਏਜ਼ ਨੇ, ਕੁਝ ਜ਼ਿਲ੍ਹਾ ਪ੍ਰਧਾਨ ਹੋਣਗੇ ਜਾਂ ਕੁਝ ਹੋਰ ਵੱਡੇ ਕਾਂਗਰਸ ਦੇ ਆਗੂ ਜਾਂ ਕੁਝ ਹੋਰ ਪਾਰਟੀਆਂ ਦੇ ਆਗੂ ਵੀ ਉਹਦੇ 'ਚ ਹੋ ਸਕਦੇ ਨੇ, ਤੇ ਨਾਲ ਦੀ ਨਾਲ 30 ਦੇ ਨੇੜੇ ਤੇੜੇ ਵੱਡੇ ਅਫਸਰਾਂ ਦੀ ਵੀ ਜਿਹੜੀ ਜਾਣਕਾਰੀ ਆ ਉਹ ਦੱਸੀ ਜਾ ਰਹੀ ਆ ਕਿ ਈਡੀ ਦੇ ਕੋਲ ਹੈ ਤੇ ਉਹਨਾਂ ਦੇ ਰਡਾਰ ਦੇ ਉੱਤੇ ਹਨ ਇਹ ਸਾਰੇ ਲੋਕ, ਤੇ ਇਹਨਾਂ ਦੇ ਉੱਤੇ ਵੀ ਛਾਪੇਮਾਰੀ ਜਿਹੜੀ ਆ ਹੋ ਸਕਦੀ ਹੈ। ਦੇਖੋ ਅੱਜ ਅਸੀਂ 5 ਤਰੀਕ ਨੂੰ ਇਹ ਪ੍ਰੋਗਰਾਮ ਸ਼ੂਟ ਕਰ ਰਹੇ ਹਾਂ ਤੇ ਵੋਟਾਂ 20 ਤਰੀਕ ਨੂੰ ਪੈਣੀਆਂ ਨੇ। 15 ਦਿਨ ਮੰਨ ਕੇ ਚਲੋ ਹੈਗੇ ਨੇ ਚੋਣ ਪ੍ਰਚਾਰ ਲਈ, 14 ਦਿਨ ਜਾਂ 13 ਦਿਨ ਨੇ, ਪਰ ਕਾਰਵਾਈ ਲਈ ਈਡੀ ਕੋਲ ਬਹੁਤ ਸਾਰੇ ਰਸਤੇ ਜਿਹੜੇ ਨੇ ਬਚੇ ਹੋਏ ਨੇ। ਸੋ ਕਿਸੇ ਵੀ ਵੇਲੇ ਜਿਹੜੀ ਹਵਾ ਆ ਉਹ ਕਿਸੇ ਹੋਰ ਪਾਸੇ ਨੂੰ ਪਲਟ ਸਕਦੀ ਹੈ। ਕਿਸੇ ਕੋਲੋਂ ਪੈਸੇ ਫੜੇ ਜਾਣ, ਕੋਈ ਬੰਦਾ ਅਰੈਸਟ ਕਰ ਲਿਆ ਜਾਵੇ, ਬਹੁਤ ਸਾਰੀਆਂ ਘਟਨਾਵਾਂ ਸਾਨੂੰ ਦੇਖਣ ਨੂੰ ਮਿਲ ਸਕਦੀਆਂ। ਤੁਸੀਂ ਯਾਦ ਕਰੋ ਜਦੋਂ ਸਤੰਬਰ ਮਹੀਨੇ ਕੈਪਟਨ ਸਾਹਿਬ ਦੀ ਜਿਹੜੀ ਆ ਗੱਦੀ ਲੈ ਕੇ ਤੇ ਚੰਨੀ ਸਾਹਿਬ ਨੂੰ ਬਿਠਾ ਦਿੱਤਾ ਗਿਆ ਸੀ, ਉਸ ਤੋਂ ਬਾਅਦ ਇਹੋ ਜਿਹੀਆਂ ਘਟਨਾਵਾਂ ਆਈਆਂ ਸੀ। ਕੈਪਟਨ ਸਾਹਿਬ ਨੇ ਕਿਹਾ ਸੀ ਕਿ ਜਦੋਂ ਚੋਣ ਜਾਬਤਾ ਲੱਗ ਜਾਏਗਾ ਮੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਹਨ ਜਾਂ ਮੇਰੇ ਕੋਲ ਬਹੁਤ ਲੋਕ ਨੇ ਜਿਹੜੇ ਮੇਰੇ ਵੱਲ ਆ ਜਾਣਗੇ। ਇਹ ਗੱਲ ਠੀਕ ਵੀ ਆ ਕਿ ਬਹੁਤ ਸਾਰੇ ਲੀਡਰ ਇੱਧਰ ਉੱਧਰ ਗਏ ਵੀ ਨੇ। ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਇਹ ਵਾਲੀਆਂ ਇਲੈਕਸ਼ਨ ਜਿਹੜੀਆਂ ਆ ਇਹ ਵਰਲਡ ਰਿਕਾਰਡ ਬਣਾਉਣਗੀਆਂ ਲੀਡਰਾਂ ਦੀਆਂ ਪਾਰਟੀਆਂ ਬਦਲਣ ਦਾ ਵੀ। ਤੇ ਹੁਣ ਉਹ ਜਿਹੜੀ ਈਡੀ ਵਾਲੀ ਜਾਂਚ ਹੈ, ਹੋ ਸਕਦਾ ਹੈ ਕਿ ਉਹ ਜਿਹੜੀ ਫਾਈਲ ਦੀ ਟ੍ਰਾਂਸਫਰ ਹੈ ਕਿ ਕਿਹੜੇ ਮਿਨਿਸਟਰ ਨੇ ਕਿੱਥੇ ਕਿੱਥੇ ਰੇਤਾ ਚੋਰੀ ਕੀਤੀ ਆ, ਕਿੱਥੇ ਕਿੱਥੇ ਵੇਚੀ ਆ ਤੇ ਕਿੱਥੇ ਕਿੱਥੇ ਰੁਪਈਏ ਬਣਾਏ ਨੇ, ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਦੀ ਜਿਹੜੀ ਡੇਟਾ ਆ ਉਹ ਟ੍ਰਾਂਸਫਰ ਪੰਜਾਬ ਲੋਕ ਕਾਂਗਰਸ ਵਾਲੇ ਕੈਪਟਨ ਸਾਹਿਬ ਨੇ ਅਮਿਤ ਸ਼ਾਹ ਨੂੰ ਕੀਤਾ ਹੋਵੇ। ਪਰ ਨਾਲ ਦੀ ਨਾਲ ਇੱਕ ਹੋਰ ਵੀ ਆ ਜੀ ਗੱਲ ਕਿ ਇਹਨਾਂ ਇਲੈਕਸ਼ਨਸ ਦੇ ਦੌਰਾਨ ਜਿਹੜੀ ਚੇਤਨਤਾ, ਜਿਹੜੀ ਜਾਗਰਤੀ ਆਮ ਲੋਕਾਂ ਚ ਆਈ ਹੈ, ਜਿਵੇਂ ਲੋਕਾਂ ਨੂੰ ਸਵਾਲ ਪੁੱਛੇ ਜਾ ਰਹੇ ਨੇ, ਲੋਕਾਂ ਵੱਲੋਂ ਲੀਡਰਾਂ ਨੂੰ ਸਵਾਲ ਪੁੱਛੇ ਜਾ ਰਹੇ ਨੇ, ਉਹਦੇ ਵਿੱਚ ਹੁਣ ਬਖਸ਼ਿਆ ਕੋਈ ਵੀ ਨਹੀਂ ਜਾ ਰਿਹਾ। ਚਾਹੇ ਉਹ ਕੋਈ ਕਾਂਗਰਸ ਦਾ ਲੀਡਰ ਹੈ, ਚਾਹੇ ਉਹ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਹੈ, ਚਾਹੇ ਉਹ ਕੋਈ ਇਧਰੋਂ ਉਧਰ ਗਿਆ ਹੋਇਆ ਲੀਡਰ ਹੈ ਤੇ ਚਾਹੇ ਉਹ ਕੋਈ ਵੱਡਾ ਲੀਡਰ ਹੈ, ਸਾਰਿਆਂ ਨੂੰ ਹੀ ਸਵਾਲ ਜਿਹੜੇ ਆ ਉਹ ਦੱਸਣੇ ਪੈ ਰਹੇ ਨੇ, ਜਵਾਬ ਦੇਣੇ ਪੈ ਰਹੇ ਨੇ ਜਾਂ ਭੱਜਣਾ ਪੈ ਰਿਹਾ। ਤੇ ਉਹ ਜਿਹੜੀ ਚੇਤਨਤਾ ਆ ਉਹਦੇ ਪਿੱਛੇ ਕਿਸਾਨ ਅੰਦੋਲਨ ਵੀ ਹੈ, ਜਿਹੜਾ ਤੁਹਾਡਾ ਸੋਸ਼ਲ ਮੀਡੀਆ ਹੈ, ਸਾਰੀਆਂ ਚੀਜ਼ਾਂ ਇੱਧਰ ਉੱਧਰ ਜਿਹੜਾ ਜਾਣਕਾਰੀਆਂ ਜਿਹੜੀਆਂ ਉਹ ਪੂਰੀ ਤਰੀਕੇ ਨਾਲ ਪਹੁੰਚਦੀਆਂ ਨੇ ਤੇ ਲੋਕ ਹੁਣ ਇਹ ਵੀ ਸਮਝਦੇ ਨੇ ਕਿ ਇਹ ਲੋਕ ਜਿਹੜੇ ਨੇ ਇਹ ਇਲੈਕਸ਼ਨ ਵੇਲੇ ਹੀ ਬਾਹਰ ਨਿਕਲਦੇ ਨੇ।
ਵੋਟਾਂ ਮੰਗਣ ਲਈ ਆਉਂਦੇ ਨੇ ਤੇ ਅਮੀਰ ਬਹੁਤ ਹੋ ਜਾਂਦੇ ਨੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਈਡੀ ਵੀ ਇਹਨਾਂ ਚੀਜ਼ਾਂ ਦੇ ਵਿੱਚ ਆਪਣਾ ਰੋਲ ਨਿਭਾ ਰਹੀ ਆ। ਸੋ ਹੋ ਸਕਦਾ ਹੈ ਕਿ ਸਾਨੂੰ ਇਲੈਕਸ਼ਨਸ ਤੋਂ ਪਹਿਲਾਂ ਹਾਲੇ ਹਵਾ ਜਿਹੜੀ ਆ ਉਹ ਕਿਸੇ ਹੋਰ ਰੁੱਖ ਵੀ ਪਲਟਦੀ ਨਜ਼ਰ ਆਵੇ। ਜੀ ਸ਼ਰਮਾ ਜੀ, ਭਾਵੇਂ ਕੁਝ ਵੀ ਹੋਰ ਹੋਵੇ, ਹਵਾ ਜਿੱਧਰ ਦੀ ਮਰਜ਼ੀ ਜਾਵੇ, ਪਰ ਇੰਨਾ ਜ਼ਰੂਰ ਹੈ ਕਿ ਕਾਂਗਰਸ ਦੇ ਵਿੱਚ ਜਿਹੜੀ ਆਪਸ ਵਿੱਚ ਪਾਟੋ ਤਾੜ ਪਈ ਹੋਈ ਹੈ ਇਹ ਤਾਂ ਜੱਗ ਜ਼ਾਹਿਰ ਹੈ ਤੇ ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਤੇ ਉਸ ਤੇ ਵੀ ਰੌਲਾ ਪੈ ਗਿਆ ਹੈ। ਕੀ ਹੈ ਇਹ ਰੌਲਾ, ਜਾਣਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸ਼ਰਮਾ ਜੀ, ਗੱਲ ਕਰ ਰਹੇ ਸੀ ਅਸੀਂ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਦੀ। 30 ਨਾਮ ਉਹਦੇ ਵਿੱਚ ਨੇ, ਪਰ ਉਹਦੇ ਵਿੱਚ ਲੁਧਿਆਣਾ ਤੋਂ MP ਮਨੀਸ਼ ਤਿਵਾੜੀ ਤੇ ਗੁਲਾਮ ਨਬੀ ਆਜ਼ਾਦ ਇਹਨਾਂ ਦੇ ਨਾਮ ਸ਼ਾਮਿਲ ਨਹੀਂ, ਜਿਸ ਤੋਂ ਬਾਅਦ ਮਨੀਸ਼ ਤਿਵਾੜੀ ਤਾਂ ਕਾਫੀ ਔਖੇ ਹੋਏ ਨਜ਼ਰ ਆਏ ਨੇ। ਗੱਲਾਂ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਕਹਿ ਦਿੱਤਾ ਹੈ। ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਚੋਣਾਂ ਹੁੰਦੀਆਂ ਸਨ ਤੇ ਕੁਝ ਤੌਰ ਤਰੀਕੇ ਵੱਖਰੇ ਹੁੰਦੇ ਸਨ, ਸਮਾਂ ਬਦਲਦਾ ਗਿਆ ਤੇ ਹੁਣ ਇਹ ਸਟਾਰ ਪ੍ਰਚਾਰਕ, ਚੋਣਾਂ ਲਈ ਥੀਮ ਸੌਂਗ, ਚੋਣਾਂ ਲਈ ਵੀਡੀਓ ਵੈਨਾਂ, ਚੋਣਾਂ ਲਈ ਖੁੱਲੀ ਛੱਤ ਵਾਲੀਆਂ ਗੱਡੀਆਂ ਤੇ ਵੱਡੇ ਵੱਡੇ ਰੱਥ ਵਰਗੀਆਂ ਬੱਸਾਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਦਲਾਅ ਆਈਆਂ। ਤੇ ਸਟਾਰ ਪ੍ਰਚਾਰਕ ਵੀ ਮੈਨੂੰ ਇਦਾਂ ਲੱਗਦਾ ਕਿ ਉਸੇ ਹੀ ਸ਼੍ਰੇਣੀ ਦਾ ਇੱਕ ਹਿੱਸਾ ਆ। ਸਟਾਰ ਪ੍ਰਚਾਰਕਾਂ ਦੀ ਸੂਚੀ ਬਣਦੀ ਆ ਤੇ ਉਹ ਸਟਾਰ ਪ੍ਰਚਾਰਕਾਂ ਲਈ ਫਿਰ ਰੈਲੀਆਂ ਦੀ ਮੰਗ ਹੁੰਦੀ ਆ ਕਿ ਉਹ ਕਿੱਥੇ ਕਿੱਥੇ ਜਾਣਗੇ, ਕਦੋਂ ਕਦੋਂ ਰੈਲੀ ਕਰਨਗੇ, ਕਿਵੇਂ ਕਿਵੇਂ ਉਹ ਰੋਡ ਸ਼ੋਅ ਕਰਨਗੇ। ਵੱਡੇ ਵੱਡੇ ਲੀਡਰ, ਜਿੱਦਾਂ ਆਪਾਂ ਹੁਣੇ ਗੱਲ ਕਰਦੇ ਹਟੇ ਹਾਂ ਕਿ ਵੋਟਾਂ ਮੰਗਣ ਲਈ ਬਾਹਰ ਜਾਂਦੇ ਨੇ ਤੇ ਕਈ ਲੀਡਰਾਂ ਨੂੰ ਤੇ ਵੋਟਾਂ ਮੰਗਣੀਆਂ ਵੀ ਨਹੀਂ ਆਉਂਦੀਆਂ ਜਾਂ ਉਹਨਾਂ ਨੂੰ ਮੁਸ਼ਕਲ ਲੱਗਦੀ ਆ, ਕਿਉਂਕਿ ਉਹ 4-4 5-5 ਸਾਲ ਆਪਣੇ ਹਲਕੇ 'ਚ ਆਏ ਹੀ ਨਹੀਂ ਹੁੰਦੇ। ਬਿਲਕੁਲ। ਸੋ ਇਹ ਸਟਾਰ ਪ੍ਰਚਾਰਕਾਂ ਦੀ ਜਿਹੜੀ ਸੂਚੀ ਆਈ ਆ, ਕਾਂਗਰਸ ਦੇ ਵਿੱਚ ਜਿੱਦਾਂ ਅਸੀਂ ਜਾਣਦੇ ਹਾਂ ਕਿ ਸਭ ਅੱਛਾ ਨਹੀਂ ਹੈ ਵਾਲੀ ਸਥਿਤੀ ਹੈ। ਉਹਨਾਂ ਦੇ ਜਿਹੜੇ ਸਲਾਹਕਾਰ ਸੀ ਇੱਕ ਪ੍ਰਸ਼ਾਂਤ ਕਿਸ਼ੋਰ, ਉਹਨਾਂ ਨੇ ਵੀ ਕਿਹਾ ਸੀਗਾ ਕਿ ਸੰਗਠਨਾਤਮਕ ਢਾਂਚੇ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ। G23 ਨਾਂ ਦਾ ਇੱਕ ਗਰੁੱਪ ਜੰਮੂ ਕਸ਼ਮੀਰ ਦੇ ਵਿੱਚ ਇਕੱਠਾ ਹੋ ਕੇ 1-2 ਵਾਰ ਬਿਆਨਬਾਜ਼ੀ ਕਰਦਾ ਨਜ਼ਰ ਆਇਆ। ਇੰਟਰਮ ਪ੍ਰੈਜ਼ੀਡੈਂਟ ਨੂੰ ਪਾਰਟੀ ਦੀ ਮੀਟਿੰਗ ਬੁਲਾ ਕੇ ਪ੍ਰੈਜ਼ੀਡੈਂਟ ਪੱਕਾ ਘੋਸ਼ਿਤ ਕਰਨ ਦੀ ਗੱਲ ਵੀ ਸਾਡੇ ਸਾਹਮਣੇ ਕਈ ਵਾਰ ਆਈ ਤੇ ਪਾਰਟੀ ਨੂੰ ਦੇਸ਼ ਦੇ ਪੱਧਰ ਦੇ ਉੱਤੇ ਇਕਜੁੱਟ ਕਰਨ ਦੀਆਂ ਗੱਲਾਂ ਵੀ ਬਹੁਤ ਵੱਖ-ਵੱਖ ਧਿਰਾਂ ਵੱਲੋਂ, ਵੱਖ-ਵੱਖ ਹੋਰ ਪਾਰਟੀਆਂ ਵੱਲੋਂ ਵੀ ਕੀਤੀਆਂ ਗਈਆਂ। ਪ੍ਰਸ਼ਾਂਤ ਕਿਸ਼ੋਰ ਨੇ ਹੀ ਸਲਾਹ ਦਿੱਤੀ ਸੀ ਕਿ ਜੇਕਰ ਵਿਰੋਧੀ ਧਿਰ ਦੀ ਮਜ਼ਬੂਤ ਭੂਮਿਕਾ ਵਿੱਚ ਕਿਸੇ ਨੇ ਰਹਿਣਾ ਹੈ, ਜੇਕਰ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨਾ ਹੈ ਤੇ ਉਹਦੇ ਲਈ ਕਾਂਗਰਸ ਦਾ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ। ਤੇ ਕਾਂਗਰਸ ਦੇ ਨਾਲ ਦੀ ਨਾਲ ਉਹਨਾਂ ਨੇ ਵੀ ਦੱਸਿਆ ਸੀਗਾ ਕਿ ਬਾਕੀ ਜਿਹੜੀਆਂ ਪਾਰਟੀਆਂ ਆ ਉਹਨਾਂ ਨੂੰ ਵੀ ਨਾਲ ਆਉਣਾ ਪਵੇਗਾ। ਫਿਰ ਨਾਲ ਦੀ ਨਾਲ ਉਹਨਾਂ ਨੇ ਕੁਝ ਦਿਨ ਬਾਅਦ ਇਹ ਵੀ ਬਿਆਨ ਦਿੱਤਾ ਸੀਗਾ ਕਿ ਭਾਜਪਾ ਹਾਲੇ ਸੈਂਟਰ ਸਟੇਜ ਤੋਂ ਬਾਹਰ ਜਾਣ ਵਾਲੀ ਰੁੱਖ ਦੇ ਵਿੱਚ ਨਜ਼ਰ ਨਹੀਂ ਆ ਰਹੀ। ਸੋ ਇਹ ਸਟਾਰ ਪ੍ਰਚਾਰਕਾਂ ਵਾਲੀ ਜਿਹੜੀ ਗੱਲ ਹੈ ਉਹਦੇ ਚੋਂ ਕੁਝ ਨਾਮ ਜਿਹੜੇ ਨਹੀਂ ਸ਼ਾਮਿਲ ਹੋਏ, ਉਹ ਵੱਡੀ ਖਿੱਚ ਜ਼ਰੂਰ ਪਾਉਂਦੇ ਨੇ। ਪੰਜਾਬ ਤੋਂ ਹੀ ਮੈਂਬਰ ਪਾਰਲੀਮੈਂਟ ਨੇ ਤੇ ਇੱਕ ਹੋਰ ਵੀ ਗੱਲ, ਇਹਨੂੰ ਬਹੁਤ ਸਾਰੇ ਲੋਕ ਨਾ ਬੜੀ ਜਲਦੀ ਇਹਦੇ ਲਈ ਰਿਜ਼ਲਟ ਤੇ ਪਹੁੰਚ ਜਾਂਦੇ ਨੇ। ਬੜੀ ਤੇਜ਼ ਨਜ਼ਰ ਨਾਲ ਲੋਕ ਰਾਜਨੀਤੀ ਨੂੰ ਵਾਚ ਕਰਦੇ ਨੇ। ਉਹਨਾਂ ਨੇ ਹੁਣ ਬਹੁਤ ਸਾਰੇ ਲੋਕਾਂ ਦਾ ਇਹ ਵੀ ਸਵਾਲ ਹੈ ਕਿ ਮਨੀਸ਼ ਤਿਵਾੜੀ ਪੰਜਾਬ ਦੇ ਵਿੱਚ ਇੱਕਮਾਤਰ ਹਿੰਦੂ MP ਨੇ ਤੇ ਸੁਨੀਲ ਜਾਖੜ ਵੀ ਵੱਡੇ ਹਿੰਦੂ ਚਿਹਰਾ ਸਨ, ਉਹਨਾਂ ਨੂੰ ਵੀ ਪਾਸੇ ਕਰ ਦਿੱਤਾ ਗਿਆ ਤੇ ਮਨੀਸ਼ ਤਿਵਾੜੀ ਦਾ ਨਾਮ ਵੀ ਵਿੱਚ ਨਹੀਂ ਆਇਆ। ਜਦ ਕਿ ਪੂਰੇ ਭਾਰਤ ਵਿੱਚ BJP ਇੱਕ ਵੱਖਰੇ ਵੋਟ ਬੈਂਕ ਦੇ ਨਾਲ ਬਹੁਤ ਉਭਾਰ ਦੇ ਵਿੱਚ ਹੈ ਤੇ ਕਾਂਗਰਸ ਉਸ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਦੇ ਵਿੱਚ ਨਾਕਾਮਯਾਬ ਹੈ। ਇਸ ਸਭ ਦੇ ਚੱਲਦਿਆਂ ਇੱਕ ਖਾਸ ਜਾਤੀ ਵਿਸ਼ੇਸ਼ ਦੇ ਲੋਕਾਂ ਨੂੰ ਬਾਹਰ ਕੱਢ ਦੇਣਾ ਲੋਕਾਂ ਦੇ ਮਨ ਵਿੱਚ ਥੋੜਾ ਜਿਹਾ ਡਰ ਵੀ ਪੈਦਾ ਕਰਦਾ। ਹੋ ਸਕਦਾ ਇਹ ਸਿਰਫ ਔਰ ਸਿਰਫ ਰਾਜਨੀਤਿਕ ਵਿਸ਼ਲੇਸ਼ਣਾਂ ਦੀ ਜਿਹੜੀ ਹੈ ਇੱਕ ਕਿਆਸ ਰਾਈ ਹੀ ਹੋਵੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਜਾਤੀ ਜਾਂ ਜਿਸ ਧਰਮ ਦੇ ਲਿਹਾਜ਼ ਨਾਲ ਵੋਟਿੰਗ ਜਿਹੜੀ ਆ UP ਜਾਂ ਬਿਹਾਰ ਦੇ ਵਿੱਚ ਪ੍ਰਭਾਵਿਤ ਹੁੰਦੀ ਆ, ਉਸ ਤਰੀਕੇ ਦੀ ਵੋਟਿੰਗ ਜਿਹੜੀ ਆ ਉਹ ਪੰਜਾਬ ਦੇ ਵਿੱਚ ਪ੍ਰਭਾਵਿਤ ਨਹੀਂ ਹੁੰਦੀ। ਪਰ ਫਿਰ ਵੀ ਕੁਝ ਲੋਕਾਂ ਦਾ ਇਸ ਲਿਸਟ ਦੇ ਵਿੱਚ ਆ ਜਾਣਾ ਤੇ ਕੁਝ ਦਾ ਨਾਂ ਆਉਣਾ ਜਿਹੜਾ ਆ ਉਹ ਹੈਰਾਨੀ ਜ਼ਰੂਰ ਕਰਦਾ। ਗੁਲਾਮ ਨਬੀ ਆਜ਼ਾਦ ਦੇ ਬਾਰੇ 'ਚ ਵੀ ਇਹੀ ਕਿਹਾ ਜਾਵੇਗਾ ਕਿ ਉਹਨਾਂ ਨੇ ਰਿਟਾਇਰਮੈਂਟ ਲਈ ਆ ਤੇ ਉਹਨਾਂ ਨੂੰ BJP ਵੱਲੋਂ, ਸਰਕਾਰ ਵੱਲੋਂ ਜਾਂਦੇ ਜਾਂਦੇ ਅਵਾਰਡ ਦਿੱਤਾ ਗਿਆ 26 ਜਨਵਰੀ ਦੇ ਮੌਕੇ ਤੇ। ਉਹਦੇ ਤੇ ਵੀ ਚਰਚਾ ਹੁੰਦੀ ਰਹੀ ਆ ਕਿ ਉਹਨਾਂ ਨੂੰ ਅਵਾਰਡ ਜਿਹੜਾ ਕਿਉਂ ਮਿਲਿਆ। ਤੇ ਫਿਰ ਦਿੱਲੀ ਦੇ ਵਿੱਚ ਕਾਂਗਰਸ ਦੇ ਹੀ ਲੀਡਰਾਂ ਨੇ ਕਿਹਾ ਸੀਗਾ ਕਿ ਗੁਲਾਮ ਨਬੀ ਆਜ਼ਾਦ ਨੂੰ ਆਜ਼ਾਦ ਹੀ ਰਹਿਣਾ ਚਾਹੀਦਾ ਹੈ। ਸੋ ਇੱਥੇ ਜਿਹੜੇ ਸਿੱਟੇ ਨੇ ਬੜੀ ਜਲਦੀ ਕੱਢ ਲਏ ਜਾਂਦੇ ਨੇ। ਤੁਸੀਂ ਕਿਸੇ ਦੇ ਨਾਲ ਹੱਥ ਮਿਲਾ ਲੈਂਦੇ ਹੋ, ਕਿਸੇ ਦੇ ਪਾਰਟੀ ਤੇ ਚਲੇ ਜਾਂਦੇ ਹੋ, ਤਦ ਵੀ ਤੁਹਾਡੀ ਜਿਹੜੀ ਆ ਉਹ ਦਿੱਖ ਜਿਹੜੀ ਆ ਬਦਲ ਜਾਂਦੀ ਆ। ਹੋ ਸਕਦਾ ਹੈ ਕਿ ਹਾਈ ਕਮਾਂਡ ਨੇ ਕੁਝ ਹੋਰ ਸੋਚਿਆ ਹੋਵੇ ਤੇ ਹੋ ਸਕਦਾ ਹੈ ਕਿ ਮਨੀਸ਼ ਤਿਵਾੜੀ ਨੂੰ ਸਮੇਂ-ਸਮੇਂ ਤੇ ਪਾਰਟੀ ਦੀ ਲਾਈਨ ਦੇ ਖਿਲਾਫ ਬੋਲਣ ਦੀ ਜਿਹੜੀ ਆ ਉਹ ਸਜ਼ਾ ਮਿਲੀ ਹੋਵੇ। ਬਿਲਕੁਲ।
ਸ਼ਰਮਾ ਜੀ, ਜੇ ਹੁਣ ਅਸੀਂ ਗੱਲ ਕਰੀਏ ਕਿ ਜਿਹੜੀਆਂ ਪਾਰਟੀਆਂ ਹੈ ਉਹ ਵੱਖ-ਵੱਖ ਸਮੇਂ ਤੇ ਵੀਆਈਪੀ ਕਲਚਰ ਬੰਦ ਕਰਨ ਦੀ ਗੱਲ ਤਾਂ ਕਰਦੀਆਂ ਆਈਆਂ ਨੇ। ਕਦੀ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਮੈਂ ਵੀਆਈਪੀ ਕਲਚਰ ਨੂੰ ਖਤਮ ਕਰ ਦੇਣਾ। ਕੈਪਟਨ ਸਾਹਿਬ ਜਦੋਂ ਆਏ ਸੀ ਉਹਨਾਂ ਨੇ ਵੀ ਇਹ ਗੱਲ ਕਹੀ। ਤੇ ਹੁਣ ਬੀਤੇ ਦਿਨੀ ਭਗਵੰਤ ਮਾਨ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸੀਐਮ ਫੇਸ ਨੇ, ਉਹਨਾਂ ਨੇ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਕੀ ਕਹਿਣਾ ਚਾਹੋਗੇ? ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਤੇ ਵੀਆਈਪੀ ਕਲਚਰ ਜਿਹੜਾ ਹੈ ਉਹ ਬਿਲਕੁਲ ਬੰਦ ਕਰ ਦਿੱਤਾ ਸੀ। ਜੀ। ਉਹਨਾਂ ਨੇ 4.5 ਸਾਲ ਆਫਿਸ ਹੀ ਨਹੀਂ ਆਏ ਤੇ ਵੀਆਈਪੀ ਬਣੇ ਨਹੀਂ। ਉਹ ਆਪਣੇ ਘਰ 'ਚ ਰਹੇ ਤੇ ਘਰੋਂ ਆਫਿਸ ਚਲਾਉਂਦੇ ਰਹੇ ਤੇ ਉੱਥੇ ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਹੀਂ ਆਈ, ਨਾ ਲੋਕਾਂ ਨੂੰ ਤੰਗੀ ਪਰੇਸ਼ਾਨੀ ਆਈ, ਕਿਉਂਕਿ ਉਹ ਕਿਸੇ ਨੂੰ ਮਿਲਦੇ ਨਹੀਂ ਸੀ ਤੇ ਵੀਆਈਪੀ ਕਲਚਰ ਦਾ ਕੋਈ ਭੁਲੇਖਾ ਨਹੀਂ ਸੀ। ਪਰ ਅਖੀਰ 'ਚ ਆ ਕੇ ਉਹਨਾਂ ਨੂੰ ਆਪ ਤੰਗੀ ਜ਼ਰੂਰ ਆ ਗਈ। ਦੇਖੋ, ਹੁਣ ਤੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ। ਜਿਹੜੀ ਤੁਸੀਂ ਸੁਰੱਖਿਆ ਦੀ ਗੱਲ ਕਰਦੇ ਆ, ਤੁਹਾਨੂੰ ਯਾਦ ਆ ਕਿ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣੀ ਸੀ ਤੇ ਕੇਜਰੀਵਾਲ ਸਾਹਿਬ ਨੇ ਬਹੁਤ ਵੱਡੇ ਐਲਾਨ ਕੀਤੇ ਸੀ ਕਿ ਮੈਂ ਸਰਕਾਰੀ ਘਰ ਨਹੀਂ ਲਊਂਗਾ, ਸਿਕਿਉਰਿਟੀ ਨਹੀਂ ਲਊਂਗਾ, ਇਹ ਨਹੀਂ ਲਊਂਗਾ, ਉਹ ਨਹੀਂ ਲਊਂਗਾ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਪਹਿਲੀ ਹੀ ਮੀਟਿੰਗ ਰੱਖੀ ਲੋਕਾਂ ਦੇ ਵਿਚਾਰ ਜਾਣਨ ਲਈ ਤੇ ਉੱਥੇ ਜਿੰਨੀ ਹਫੜਾ ਦਫੜੀ ਮਚੀ, ਉਸ ਤੋਂ ਬਾਅਦ ਇਹਨਾਂ ਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਸਮਝ 'ਚ ਆਈਆਂ ਕਿ ਨਹੀਂ, ਇਹ ਵੀਆਈਪੀ ਕਲਚਰ ਜਿਹੜਾ ਹੈ ਇਹ ਸਾਡੇ ਸਿਸਟਮ ਦਾ ਹਿੱਸਾ ਬਣ ਚੁੱਕਿਆ। ਤੁਸੀਂ ਹੁਣ ਚਾਹ ਕੇ ਵੀ ਆਮ ਲੋਕਾਂ ਦੀ ਤਰ੍ਹਾਂ ਨਹੀਂ ਵਿਚਰ ਸਕਦੇ, ਨਹੀਂ ਕਿਤੇ ਜਾ ਸਕਦੇ। ਲੋਕਾਂ ਦੀ ਭੀੜ ਹਰ ਵੇਲੇ ਤੁਹਾਨੂੰ ਘੇਰਨ ਲਈ ਤਿਆਰ ਰਹਿੰਦੀ ਹੈ ਤੇ ਕਿਸੇ ਵੇਲੇ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ ਤੇ ਉਹ ਦੁਰਘਟਨਾ ਕਦੋਂ ਬਦਲ ਜਾਏ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ। ਜੀ ਸ਼ਰਮਾ ਜੀ, ਅਸੀਂ ਬੀਤੇ ਦਿਨ ਅਸੀਂ ਇਸ ਨਾਲ ਵੀ ਜੋੜ ਸਕਦੇ ਹਾਂ ਕਿ ਕੇਜਰੀਵਾਲ ਸਾਹਿਬ ਨੂੰ ਕਾਫੀ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਕਿ ਆਮ ਜਨਤਾ ਵਿੱਚ ਉੱਠ ਕੇ ਉਹਨਾਂ ਨੂੰ ਥੱਪੜ ਤੱਕ ਜੜ ਦਿੱਤਾ ਗਿਆ। ਬਿਲਕੁਲ, ਬਹੁਤ ਵਾਰ, ਇੱਕ ਵਾਰ ਨਹੀਂ, ਉਹਨਾਂ ਨੂੰ ਇਹੋ ਜਿਹੇ ਵਿਰੋਧ ਦਾ ਸਾਹਮਣਾ ਬਹੁਤ ਵਾਰ ਕਰਨਾ ਪਿਆ। ਕਦੇ ਕਿਸੇ ਵੱਲੋਂ ਜੁੱਤੀ ਸੁੱਟ ਦਿੱਤੀ ਜਾਣੀ, ਕਦੇ ਕਿਸੇ ਵੱਲੋਂ ਸਿਆਹੀ ਸੁੱਟ ਦਿੱਤੀ ਜਾਣੀ ਤੇ ਕਦੇ ਜਿੱਦਾਂ ਤੁਸੀਂ ਦੱਸਿਆ ਕਿ ਫਿਜ਼ੀਕਲ ਹਰਾਸ ਹੋਣ ਦੀਆਂ ਗੱਲਾਂ ਵੀ ਜਿਹੜੀਆਂ ਉਹ ਸਾਹਮਣੇ ਆਈਆਂ। ਇਸੇ ਤਰੀਕੇ ਦੇ ਨਾਲ ਬਹੁਤ ਵਾਰ ਇਹ ਲੀਡਰ ਇਹੋ ਜਿਹੇ ਬਿਆਨ ਦਿੰਦੇ ਨੇ ਜਿਹੜੇ ਲੱਗਦੇ ਨੇ ਕਿ ਉਹ ਬਹੁਤ ਚੰਗੇ ਨੇ, ਪਰ ਧਰਾਤਲ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਮੁਸ਼ਕਿਲ ਪੈਦਾ ਜ਼ਰੂਰ ਕਰਦੀਆਂ ਨੇ। ਬੀਤੇ ਦਿਨੀ ਜਦੋਂ ਕੈਬਨਿਟ 'ਚ ਚੇਂਜ ਹੋਇਆ ਤੇ ਰਾਜਾ ਵੜਿੰਗ ਦੇ ਕੋਲ ਮਿਨਿਸਟਰੀ ਆਈ ਟਰਾਂਸਪੋਰਟ ਵਾਲੀ, ਤੇ ਜਿਸ ਤਰੀਕੇ ਦੇ ਨਾਲ ਉਹ ਰਾਤ ਦਿਨ ਵੱਖ-ਵੱਖ ਜਗ੍ਹਾ ਦੇ ਉੱਤੇ ਚੈਕਿੰਗ ਕਰਦੇ ਨਜ਼ਰ ਆਏ ਤੇ ਬਹੁਤ ਸਾਰੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਸੀਗੇ ਕਿ ਕਿਤੇ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ। ਹੁਣ ਭਗਵੰਤ ਮਾਨ ਨੇ ਜਿਹੜੀ ਗੱਲ ਕਹੀ ਆ ਉਹ ਠੀਕ ਹੈ। ਉਹਨਾਂ ਨੇ ਇੱਕ ਆਵੇਸ਼ ਦੇ ਵਿੱਚ ਇਹ ਗੱਲ ਕਹੀ ਕਿ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ ਹੈ, ਪਰ ਉਹ ਇਸ ਗੱਲ ਨੂੰ ਚੰਗੇ ਤਰੀਕੇ ਜਾਣਦੇ ਨੇ, ਬੀਇੰਗ ਇੱਕ ਕਲਾਕਾਰ ਵੀ, ਕਿ ਜਦੋਂ ਉਹ ਆਮ ਲੋਕਾਂ 'ਚ ਹੁੰਦੇ ਨੇ ਤੇ ਫਿਰ ਉਹ ਭੀੜ ਜਿਹੜੀ ਆ ਉਹਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਂਦਾ ਤੇ ਬੀਇੰਗ ਏ ਲੀਡਰ ਵੀ ਉਹ ਇਹ ਗੱਲ ਸਮਝਦੇ ਨੇ ਕਿ ਕਹਿਣਾ ਜਿਹੜਾ ਇਹ ਬਹੁਤ ਆਸਾਨ ਹੈ, ਪਰ ਬਹੁਤ ਸਾਰੀਆਂ ਚੀਜ਼ਾਂ ਹੈ ਜਿਨ੍ਹਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਦਾ। ਜੀ ਸ਼ਰਮਾ ਜੀ, ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਆਮ ਲੋਕਾਂ ਨੂੰ ਭਰਮਾਉਣ ਦਾ ਯਤਨ ਵੀ ਹੋ ਸਕਦਾ ਹੈ? ਕਿਉਂਕਿ ਬੀਤੇ ਦਿਨ ਯੂਪੀ ਦੇ ਵਿੱਚ ਅਸਦੁਦੀਨ ਓਵੈਸੀ ਨੇ ਵੀ ਇਹੀ ਕਿਹਾ ਹੈ ਕਿ ਉਹ ਸੁਰੱਖਿਆ ਨਹੀਂ ਲੈਣਗੇ। ਦੇਖੋ, ਬਿਲਕੁਲ ਸਾਡਾ ਇਸ ਸਵਾਲ ਨੂੰ ਡਿਸਕਸ ਕਰਨ ਦਾ ਮਸਲਾ ਹੀ ਇਸ ਕਰਕੇ ਸੀਗਾ ਕਿ ਜਿਹੜੀ ਕੱਲ ਦੀ ਜਾਂ ਕੱਲ ਤੋਂ ਪਹਿਲਾਂ ਦੀ ਜਿਹੜੀ ਯੂਪੀ ਦੀ ਇੱਕ ਘਟਨਾ ਹੈ, ਅਸਦੁਦੀਨ ਓਵੈਸੀ ਜਿਹੜੇ ਕਿ ਭਾਰਤ ਦੇ ਵੱਡੇ ਲੀਡਰ ਨੇ, ਉਹ ਹੈਦਰਾਬਾਦ ਤੋਂ, ਜੇ ਮੈਂ ਗਲਤ ਨਹੀਂ ਤਾਂ ਮੈਂਬਰ ਪਾਰਲੀਮੈਂਟ ਨੇ, ਭਾਰਤ ਦੇ ਵੱਡੇ ਸ਼ਹਿਰ ਤੋਂ ਦਾ ਨੁਮਾਇੰਦਗੀ ਕਰਦੇ ਨੇ ਤੇ ਇੱਕ ਮੁਸਲਿਮ ਲੀਡਰ ਹੋਣ ਦੇ ਨਾਤੇ ਵੀ ਉਹਨਾਂ ਦੀ ਜਿਹੜੀ ਉਹ ਹੈਗੀ ਆ ਦਿੱਖ ਇੱਕ ਵੱਡੇ ਲੀਡਰ ਵਾਲੀ ਆ। ਆਪਣੇ ਬੇਬਾਕ ਬਿਆਨਾਂ ਲਈ ਤੇ ਆਪਣੀ ਧਾਰਮਿਕ ਗੱਲਾਂ ਨੂੰ ਬਹੁਤ ਬੇਬਾਕੀ ਨਾਲ ਸਾਹਮਣੇ ਰੱਖਦੇ ਨੇ ਤੇ ਉਹਨਾਂ ਦੇ ਤਰਕ ਵੀ ਬੜੇ ਚੰਗੇ ਹੁੰਦੇ ਨੇ। ਜਦੋਂ ਕਿਤੇ ਅਸਦੁਦੀਨ ਓਵੈਸੀ ਤੇ ਸੁਬਰਾਮਣੀਅਮ ਸਵਾਮੀ ਬਹਿਸ ਕਰਦੇ ਨੇ ਤੇ ਉਹ ਬੜਾ ਇੱਕ ਰੌਚਕ ਦ੍ਰਿਸ਼ ਬਣਾਉਂਦੇ ਨੇ। ਉਹਨਾਂ ਦੇ ਉੱਤੇ ਯੂਪੀ ਦੇ ਵਿੱਚ ਹਮਲਾ ਹੋਇਆ, ਗੋਲੀਆਂ ਵੀ ਚੱਲੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਜ਼ੈਡ ਸਿਕਿਉਰਿਟੀ ਦਿੱਤੀ ਗਈ ਤੇ ਸੰਸਦ ਵਿੱਚ ਹੀ ਉਹਨਾਂ ਨੇ ਉਸ ਸਿਕਿਉਰਿਟੀ ਨੂੰ ਲੈਣ ਤੋਂ ਮਨਾ ਕਰ ਦਿੱਤਾ। ਪਰ ਹੁਣ ਮਿਨਿਸਟਰੀ ਆਫ ਹੋਮ ਅਫੇਅਰਸ ਲਈ ਇਹ ਇੱਕ ਮੁਸੀਬਤ ਦਾ ਵਿਸ਼ਾ ਬਣ ਜਾਂਦਾ, ਕਿਉਂਕਿ ਬਾਅਦ ਵਿੱਚ ਉਹਨਾਂ ਦੀ ਫਜ਼ੀਅਤ ਵੀ ਹੁੰਦੀ ਹੈ ਜਦੋਂ ਕਿਸੇ ਵੱਡੇ ਲੋਕਾਂ ਨਾਲ ਇਹ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਪਰ ਦੇਖੋ, ਨਾਲ ਦੀ ਨਾਲ ਫਿਰ ਉਹਨਾਂ ਦੇ ਤਰਕ ਵੀ ਨੇ ਕਿ ਜੇਕਰ ਇੱਥੇ ਆਮ ਲੋਕ ਸੁਰੱਖਿਅਤ ਨਹੀਂ ਹਨ ਤੇ ਫਿਰ ਵੱਡੇ ਲੋਕ ਸਿਕਿਉਰਿਟੀ ਲੈ ਕੇ ਕੀ ਕਰਨਗੇ। ਪਰ ਅਸੀਂ ਇਹ ਸਾਰੀਆਂ ਗੱਲਾਂ ਜਾਣਦੇ ਹਾਂ ਕਿ ਇਹ ਲੋਕ ਵੱਡੇ ਬਣ ਕੇ ਹੀ ਰਹਿਣਾ ਚਾਹੁੰਦੇ ਨੇ, ਬਿਆਨ ਭਾਵੇਂ ਜਿਹੋ ਜਿਹੇ ਮਰਜ਼ੀ ਦਿੱਤੇ ਜਿੰਦੇ ਰਹਿਣ। ਕੱਲ ਉਹਨਾਂ ਨੇ ਸੰਸਦ ਵਿੱਚ ਜ਼ੈਡ ਸਿਕਿਉਰਿਟੀ ਲੈਣ ਤੋਂ ਮਨਾ ਕਰ ਦਿੱਤਾ। ਪਹਿਲਾਂ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ ਨੇ। ਸਾਡੇ ਜਾਰਜ ਫਰਨਾਂਡਿਸ ਸਾਹਿਬ ਇੱਕ ਮੰਤਰੀ ਹੁੰਦੇ ਸਨ, ਰੱਖਿਆ ਮੰਤਰੀ ਹੁੰਦੇ ਸਨ, ਉਹ ਕਹਿੰਦੇ ਸੀ ਕਿ ਮੇਰੇ ਘਰ ਦਾ ਦਰਵਾਜ਼ਾ ਬੰਦ ਹੀ ਨਹੀਂ ਹੁੰਦਾ ਤੇ ਮੈਨੂੰ ਕੋਈ ਵੀ ਕਦੇ ਵੀ ਆ ਕੇ ਮਿਲ ਸਕਦਾ। ਕੈਪਟਨ ਸਾਹਿਬ ਦੇ ਜਾਣ ਤੋਂ ਬਾਅਦ ਚੰਨੀ ਸਾਹਿਬ ਦੇ ਆਉਣ ਵਾਲਾ ਫਰਕ ਅਸੀਂ ਆਮ ਤੌਰ ਤੇ ਮਹਿਸੂਸ ਕਰਦੇ ਹਾਂ ਕਿ ਉਹ ਆਮ ਲੋਕਾਂ ਦੇ ਵਿੱਚ ਆਮ ਹੀ ਵਿਚਰਦੇ ਸਨ। ਪ੍ਰੋਟੋਕਾਲ ਦੀਆਂ ਕਈ ਵਾਰ ਗੱਲਾਂ ਹੁੰਦੀਆਂ, ਸਿਕਿਉਰਿਟੀ ਲਈ ਇਹ ਮੁਸੀਬਤ ਦਾ ਸਬਬ ਬਣ ਜਾਂਦਾ ਹੈ ਕਿ ਜਦੋਂ ਇਹ ਲੋਕ ਆਮ ਹੀ ਦੂਜੇ ਲੋਕਾਂ ਦੇ ਵਿੱਚ ਚਲੇ ਜਾਂਦੇ ਨੇ। ਸਿਕਿਉਰਿਟੀ ਦੇ ਨਜ਼ਰੀਏ ਤੋਂ ਵੀ ਇਹ ਚੀਜ਼ਾਂ ਜਿਹੜੀਆਂ ਆ ਉਹ ਖਤਰਨਾਕ ਲੱਗਦੀਆਂ ਨੇ। ਸਿਕਿਉਰਿਟੀ ਦਾ ਲੈਣਾ ਨਾ ਲੈਣਾ ਜ਼ਰੂਰੀ ਵੀ ਹੈ ਤੇ ਬੇਜ਼ਰੂਰੀ ਵੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਿਲ ਕੇ ਚੱਲਦੀਆਂ ਨੇ ਰਾਜਨੀਤੀ ਦੇ ਵਿੱਚ। ਹਰ ਇੱਕ ਮਸਲੇ ਦੇ ਉੱਤੇ ਰਾਜਨੀਤੀ ਜਿਹੜੀ ਉਹ
ਹੁੰਦੀ ਰਹਿੰਦੀ ਹੈ। ਜੀ ਸ਼ਰਮਾ ਜੀ, ਦੇਸ਼ ਦੇ ਜਿਹੜੇ ਲੀਡਰ ਹੈ ਉਹ ਭਾਵੇਂ ਆਪਸ ਵਿੱਚ ਜੋ ਮਰਜ਼ੀ ਕਰਦੇ ਰਹਿਣ, ਪਰ ਗਣਤੰਤਰ ਦਾ ਦਿਵਸ ਇੱਕ ਇਹੋ ਜਿਹਾ ਦਿਨ ਹੁੰਦਾ ਜਦੋਂ ਦੇਸ਼ ਦੀ ਤਾਕਤ ਹੈ ਜਿਹੜੀ ਉਹ ਲੋਕਾਂ ਨੂੰ ਦਿਖਾਈ ਜਾਂਦੀ ਹੈ, ਤੇ ਉਦੋਂ ਹੀ ਸਾਡੇ ਦੇਸ਼ ਦਾ ਜਿਹੜਾ ਕਲਚਰ ਹੈ, ਸੱਭਿਆਚਾਰ ਹੈ, ਉਹਦੀਆਂ ਵੀ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਨੇ ਤੇ ਉਹਨਾਂ ਝਾਕੀਆਂ ਨੂੰ ਬਾਅਦ ਵਿੱਚ ਇਨਾਮ ਵੀ ਦਿੱਤਾ ਜਾਂਦਾ ਹੈ। ਸੋ ਇਸ ਵਾਰ ਗਣਤੰਤਰਤਾ ਦਿਵਸ ਤੇ ਕਿਹਨੂੰ ਕਿਹੜੇ ਇਨਾਮ ਦਿੱਤੇ ਗਏ? ਬਿਲਕੁਲ ਜੀ, ਗਣਤੰਤਰਤਾ ਦਿਵਸ ਬੜੀ ਸ਼ਿੱਦਤ ਨਾਲ ਮਨਾਇਆ ਜਾਂਦਾ ਤੇ ਝਾਕੀਆਂ ਬਹੁਤੀਆਂ ਸਟੇਟਾਂ ਦੀ ਇੱਛਾ ਰਹਿੰਦੀ ਆ ਕਿ ਉਹ ਆਪਣੇ ਸਟੇਟ ਦੇ ਕਲਚਰ ਨੂੰ ਉੱਥੇ ਪ੍ਰੈਜ਼ੈਂਟ ਕਰਨ। ਸਾਰੀ ਦੁਨੀਆ ਉਹਨੂੰ ਦੇਖਦੀ ਆ ਤੇ ਭਾਰਤ ਦੇ ਕੋਨੇ-ਕੋਨੇ ਤੋਂ ਲੋਕ ਵੀ ਆਏ ਹੁੰਦੇ ਹਨ, ਮੀਡੀਆ ਵੀ ਉਹਨੂੰ ਕਵਰੇਜ ਦਿੰਦਾ। ਕਰੋਨਾ ਦੇ ਦੌਰਾਨ ਇਸ ਵਾਰ ਤੇ ਪਿਛਲੀ ਵਾਰ 2 ਅਜਿਹੇ ਸਾਲ ਬੀਤੇ ਜਦੋਂ ਕੋਈ ਵਿਦੇਸ਼ੀ ਮਹਿਮਾਨ ਨਹੀਂ ਆਇਆ, ਨਹੀਂ ਤੇ ਆਮ ਤੌਰ ਤੇ ਕਿਸੇ ਨਾ ਕਿਸੇ ਵਿਦੇਸ਼ੀ ਦੇਸ਼ ਦੇ ਮੁਖੀ ਜਿਹੜੇ ਨੇ ਉੱਥੇ ਪਹੁੰਚਦੇ ਸਨ। ਤੇ ਉਹ ਜਿਹੜੇ ਝਾਕੀਆਂ ਦੀ ਤੁਸੀਂ ਗੱਲ ਕਰਦੇ ਆ, ਇਸ ਵਾਰ ਦਾ ਗਣਤੰਤਰਤਾ ਦਿਵਸ ਇਸ ਕਰਕੇ ਵੀ ਸੁਰਖੀਆਂ 'ਚ ਰਿਹਾ ਕਿ ਤਾਮਿਲਨਾਡੂ, ਬੰਗਾਲ ਤੇ ਕੁਝ ਹੋਰ ਸਟੇਟਾਂ ਦੀਆਂ ਝਾਕੀਆਂ ਨੂੰ ਉੱਥੇ ਪੇਸ਼ ਹੋਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਗਈ। ਉਹਦੇ ਲਈ ਵੀ ਫਿਰ ਰਾਜਨੀਤੀ ਦੀਆਂ ਗੱਲਾਂ ਹੋਈਆਂ ਕਿ ਇਹਦੇ ਵਿੱਚ ਵੀ ਉਹਨਾਂ ਸਟੇਟਾਂ ਦੀ ਅਣਦੇਖੀ ਕੀਤੀ ਗਈ ਜਿੱਥੇ ਬੀਜੇਪੀ ਵਾਲੀ ਸੱਤਾ ਨਹੀਂ ਹੈ। ਤੇ ਝਾਕੀਆਂ ਦੇ ਜਿਹੜੇ ਇਨਾਮ ਦੇਣ ਦੀ ਗੱਲ ਸੀ, ਉਹ ਯੂਪੀ ਦੀ ਝਾਕੀ ਨੂੰ ਸਭ ਤੋਂ ਪਹਿਲਾਂ ਇਨਾਮ ਦਿੱਤਾ ਗਿਆ। ਉਹ ਜਿਹੜੀ ਝਾਕੀ ਸੀ ਉਹਦੇ ਵਿੱਚ ਕਾਸ਼ੀ ਵਿਸ਼ਵਨਾਥ ਕੋਰੀਡੋਰ, ਜਿਹੜਾ ਇੱਕ ਨਵਾਂ ਮੰਦਿਰ ਦਾ ਜਿਹੜਾ ਗਲਿਆਰਾ ਬਣਾ ਕੇ ਮੋਦੀ ਸਾਹਿਬ ਨੇ ਉਹਨੂੰ ਦੇਸ਼ ਨੂੰ ਸਮਰਪਿਤ ਕੀਤਾ। ਗੰਗਾ ਤੋਂ ਕਾਸ਼ੀ ਵਿਸ਼ਵਨਾਥ ਮੰਦਿਰ ਤੱਕ ਦਾ ਜਿਹੜਾ ਰਸਤਾ ਸੀ ਉਹਨੂੰ ਵੱਡਾ ਕੀਤਾ ਗਿਆ। ਉਹਦੇ ਤੇ ਕਈ 100 ਕਰੋੜ ਰੁਪਏ ਖਰਚਣ ਦੀ ਗੱਲ ਵੀ ਕੀਤੀ। ਉਹਨਾਂ ਨੇ ਆਪਣਾ ਡ੍ਰੀਮ ਪ੍ਰੋਜੈਕਟ ਵੀ ਉਹਨੂੰ ਦੱਸਿਆ, ਕਿਉਂਕਿ ਅਕਸਰ ਉਹ ਧਾਰਮਿਕ ਯਾਤਰਾ ਦੇ ਲਈ ਜਾਂਦੇ ਰਹਿੰਦੇ ਨੇ ਵੱਖ-ਵੱਖ ਮੰਦਿਰਾਂ ਦੇ ਵਿੱਚ। ਨਾਲ ਦੀ ਨਾਲ ਯੂਪੀ ਦੀ ਉਸ ਝਾਕੀ ਦੇ ਵਿੱਚ ਵਨ ਡਿਸਟ੍ਰਿਕਟ ਵਨ ਉਤਪਾਦ ਜਿਹੜਾ ਇੱਕ ਯੋਗੀ ਆਦਿੱਤਿਆਨਾਥ ਨੇ ਸ਼ੁਰੂ ਕੀਤਾ ਸੀਗਾ ਕਿ ਯੂਪੀ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਜਿਹੜੀਆਂ ਖਾਸ ਗੱਲਾਂ ਸੀ ਉਹਨਾਂ ਨੂੰ ਲੋਕਾਂ ਦੇ ਵਿੱਚ ਸਾਹਮਣੇ ਲੈ ਕੇ ਆਉਣ। ਜਿਵੇਂ ਮੁਜ਼ੱਫਰਨਗਰ ਦਾ ਗੁੜ, ਸਹਾਰਨਪੁਰ ਦੀਆਂ ਲੱਕੜ ਦੀਆਂ ਜਿਹੜੀਆਂ ਚੀਜ਼ਾਂ ਸੀ ਉਹਨਾਂ ਨੂੰ ਲੈ ਕੇ ਅਸੀਂ, ਤੇ ਨਾਲ ਦੀ ਨਾਲ ਕੁਝ ਇੱਦਾਂ ਹਰ ਜ਼ਿਲ੍ਹੇ ਦਾ ਇੱਕ ਵੱਖਰਾ ਜਿਹੜਾ ਪ੍ਰੋਡਕਟ ਸੀਗਾ ਉਹਨੂੰ ਲੈ ਕੇ ਵੀ ਜਿਹੜੀ ਉਹ ਝਾਕੀ ਬਣਾਈ ਗਈ ਸੀ। ਉਸ ਤੋਂ ਬਾਅਦ ਕਰਨਾਟਕਾ ਦੇ ਵਿੱਚ ਜਿਹੜੀਆਂ ਸੀਗੀਆਂ ਝਾਕੀ, ਉਹ ਸੀ ਉੱਥੇ ਦੀਆਂ ਹੱਥ ਲਿਖਤ ਜਿਹੜੀਆਂ ਮੈਨੂਸਕ੍ਰਿਪਟਸ ਆ ਉਹਨਾਂ ਨੂੰ ਦਰਸਾਉਂਦੀ ਸੀ, ਉਹਨੂੰ ਦੂਜਾ ਸਥਾਨ ਮਿਲਿਆ। ਤੀਜੇ ਸਥਾਨ ਤੇ ਝਾਕੀ ਰਹੀ ਜਿਹੜੀ ਮੇਘਾਲਿਆ ਦੀ, ਜਿੱਥੇ ਕਿ ਨਾਰਥ ਈਸਟ ਅਸੀਂ ਜਾਣਦੇ ਹਾਂ ਕਿ ਇਸਤਰੀਆਂ ਜਿਹੜੀਆਂ ਆ ਉੱਥੋਂ ਦੀ ਸੁਸਾਇਟੀ ਨੂੰ ਲੀਡ ਕਰਦੀਆਂ ਆ, ਫੈਮਿਲੀ ਨੂੰ ਵੀ ਲੀਡ ਕਰਦੀਆਂ। ਉੱਥੇ ਦੀਆਂ ਮਹਿਲਾਵਾਂ ਦੀ ਜਿਹੜੀ ਸਹਿਕਾਰੀ ਸੰਸਥਾਵਾਂ ਬਣੀਆਂ ਹੋਈਆਂ ਆ, ਸਰਕਾਰੀ ਮਦਦ ਵਾਲੀਆਂ ਤੇ ਸੈਲਫ ਹੈਲਪ ਗਰੁੱਪ ਨੇ, ਉਹਨਾਂ ਨੂੰ ਦਰਸਾਉਂਦੀ ਹੋਈ ਝਾਕੀ ਜਿਹੜੀ ਮਹਿਲਾ ਸਸ਼ਕਤੀਕਰਨ ਨੂੰ ਦਰਸਾਉਂਦੀ ਸੀ। ਉਹਨਾਂ ਝਾਕੀਆਂ ਦੇ ਵਿੱਚ ਉਹਨਾਂ ਨੂੰ ਚੰਗੀਆਂ ਝਾਕੀਆਂ ਮੰਨਿਆ ਗਿਆ। ਵੱਖ-ਵੱਖ ਮੰਤਰਾਲਿਆਂ ਵਾਲੀਆਂ ਝਾਕੀਆਂ ਵੀ ਸੀ, ਉਹਨਾਂ ਸਾਰੀਆਂ ਦੀ ਜਿਹੜਾ ਉਹ ਜ਼ਿਕਰ ਉਹਦੇ ਵਿੱਚ ਕੀਤਾ ਗਿਆ। ਜੀ ਸ਼ਰਮਾ ਜੀ, ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸ਼ਰਮਾ ਜੀ, ਭਾਜਪਾ ਵੱਲੋਂ ਕੱਲ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ ਹੈ। 11 ਨੁਕਾਤੀ ਹੈ ਤੇ ਇਸ ਨੂੰ ਸੰਕਲਪ ਦਾ ਨਾਮ ਦਿੱਤਾ ਗਿਆ ਹੈ। ਸੋ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਲੋਕਾਂ ਦੀ ਜਿਹੜੀ ਨਬਜ਼ ਹੈ ਉਸ ਨੂੰ ਪਛਾਣਦਿਆਂ ਹੋਇਆਂ ਉਹਨਾਂ ਨੇ ਇਹ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ। ਕੀ ਕਹਿਣਾ ਚਾਹੋਗੇ? ਦੇਖੋ ਜੀ, ਕੋਈ ਪਾਰਟੀ ਤੁਸੀਂ ਸੁਣਿਆ ਅੱਜ ਤੱਕ ਇਹ ਕਹਿੰਦੀ ਹੋਵੇ ਕਿ ਇਹ ਚੋਣ ਮਨੋਰਥ ਪੱਤਰ ਅਸੀਂ ਆਪਣੇ ਵੱਲੋਂ ਬਣਾਇਆ, ਇਹ ਲੋਕਾਂ ਲਈ ਨਹੀਂ ਹੈ ਜੀ। ਸਿਰਫ ਔਰ ਸਿਰਫ ਇਹ ਜਿਹੜੀਆਂ ਸੱਤਾਧਾਰੀ ਪਾਰਟੀਆਂ ਨੇ ਜਾਂ ਸੱਤਾ ਦੀਆਂ ਉਡੀਕ ਦੇ ਵਿੱਚ ਪਾਰਟੀਆਂ ਨੇ, ਲੋਕਾਂ ਲਈ ਤਾਂ ਕੰਮ ਕਰਦੀਆਂ, ਆਪਣੇ ਤੇ ਪੈਸੇ ਕਮਾਉਂਦੀਆਂ ਨਹੀਂ। ਨਾ ਇਹਨਾਂ ਦੇ ਕਦੀ ਤੁਸੀਂ ਸੁਣਿਆ ਕਿਸੇ ਦੇ ਲੀਡਰ ਦੇ ਪੈਸੇ ਵਧੇ ਹੋਣ 5 ਸਾਲ ਬਾਅਦ? ਮੰਨਿਆ ਦੁੱਗਣੇ ਤਿੱਗਣੇ ਹੋ ਜਾਂਦੇ ਆ ਪਰ ਵੱਧਦੇ ਨਹੀਂ। ਸੋ ਇਹ ਜਿਹੜਾ ਚੋਣ ਮਨੋਰਥ ਪੱਤਰ ਹੈ, ਇਹਦੇ ਲਈ ਇੰਨੀ ਜੱਦੋ-ਜਹਿਦ ਹੁੰਦੀ ਆ ਕਿ ਇਹਨੂੰ ਬਣਾਉਣ ਲਈ, ਇਹਨੂੰ ਸੋਹਣੇ ਤਰੀਕੇ ਨਾਲ ਛਾਪਣ ਲਈ, ਫਿਰ ਲੋਕ ਅਰਪਣ ਕਰਨ ਲਈ, ਫਿਰ ਲੋਕਾਂ 'ਚ ਵੰਡਣ ਲਈ, ਤੇ ਬਾਅਦ ਵਿੱਚ ਇਹਨੂੰ 5 ਸਾਲ ਲੁਕੋ ਕੇ ਰੱਖਣ ਲਈ, ਤੇ ਫਿਰ ਅਗਲੀਆਂ ਚੋਣਾਂ ਦੇ ਵਿੱਚ ਦੂਜੀਆਂ ਪਾਰਟੀਆਂ ਵੱਲੋਂ ਇਹਨੂੰ ਭੰਡਣ ਲਈ। ਤੇ ਬੀਤੇ ਦੇ ਵਿੱਚ ਅਸੀਂ ਦੇਖਿਆ ਕਿ ਹਾਈ ਕੋਰਟ, ਸੁਪਰੀਮ ਕੋਰਟ ਤੱਕ ਵੀ ਇਹੋ ਜਿਹੀਆਂ ਚਰਚਾਵਾਂ ਜਿਹੜੀਆਂ ਉਹ ਪਹੁੰਚੀਆਂ ਕਿ ਕਿਉਂ ਨਾ ਇਹਨੂੰ ਕਾਨੂੰਨੀ ਦਸਤਾਵੇਜ਼ ਬਣਾ ਦਿੱਤਾ ਜਾਵੇ, ਕਿਉਂ ਨਾ ਝੂਠੇ ਵਾਅਦੇ ਕਰਨ ਦੇ ਲਈ ਫਿਰ ਤੁਹਾਡੀ ਜਿਹੜੀ ਚੁਣਾਵ ਆ ਉਹਨੂੰ ਰੱਦ ਕਰ ਦਿੱਤਾ ਜਾਵੇ। ਸੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਪਰ ਫਿਰ ਵੀ ਜਦੋਂ ਚੋਣ ਮਨੋਰਥ ਪੱਤਰ ਕੋਈ ਸਰਕਾਰ ਜਾਰੀ ਕਰਦੀ ਆ ਉਹਦੇ ਤੇ ਗੱਲ ਕਰਨੀ ਜਿਹੜੀ ਉਹ ਬਣਦੀ ਆ, ਤਾਂ ਜੋ ਲੋਕਾਂ ਦੇ ਸਾਹਮਣੇ ਤੇ ਗੱਲ ਆਵੇ ਕਿ ਇਹ ਪਾਰਟੀ ਜਿਹੜੀ ਆ ਕੀ ਸੋਚ ਲੈ ਕੇ ਆ ਰਹੀ ਆ। ਜਦ ਕਿ ਅਸੀਂ ਜਾਣਦੇ ਹਾਂ ਕਿ 70 ਸਾਲ ਤੋਂ ਜਿਹੜੀ ਵੀ ਪਾਰਟੀ ਆਉਂਦੀ ਆ, ਜਿਹੜੀ ਵੀ ਸੋਚ ਲੈ ਕੇ ਆਉਂਦੀ ਆ, ਬਾਅਦ ਵਿੱਚ ਲੋਕਾਂ ਨੂੰ ਤੇ ਉਸ ਸੋਚ ਤੋਂ ਮਾਯੂਸੀ ਹੀ ਹੁੰਦੀ ਹੈ, ਕਿਉਂਕਿ ਸਾਹਮਣੇ ਕੁਝ ਨਹੀਂ ਆਉਂਦਾ। ਬਿਲਕੁਲ। ਸੋ ਇਸੇ ਤਰੀਕੇ ਦੇ ਨਾਲ ਕੱਲ ਭਾਜਪਾ ਨੇ ਵੀ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਸੀ ਤੇ ਢੀਂਡਸਾ ਸਾਹਿਬ ਵੀ ਸ਼ਾਮਲ ਆ, ਕਿਉਂਕਿ ਉਹਨਾਂ ਦੇ ਨਾਲ ਸਾਂਝ ਹੈ। ਟਿਕਟਾਂ ਵੰਡ ਦਿੱਤੀਆਂ ਗਈਆਂ ਨੇ, ਉਮੀਦਵਾਰ ਖੜ ਗਏ ਨੇ, ਪ੍ਰਚਾਰ ਸ਼ੁਰੂ ਹੋ ਚੁੱਕਿਆ।
ਜਿਹੜੇ ਆਜ਼ਾਦ ਸੀ ਉਹਨਾਂ ਨੂੰ ਵੀ ਜਿਹੜੇ ਨੇ ਆਪਣੇ ਚੋਣ ਨਿਸ਼ਾਨ ਮਿਲ ਗਏ ਨੇ। ਪੰਜਾਬ ਕਾਂਗਰਸ ਦਾ ਵੀ ਚੋਣ ਮਨੋਰਥ ਪੱਤਰ ਆਉਣ ਵਾਲਾ ਹੈ। ਅਕਾਲੀ ਦਲ ਰੋਜ਼ ਹੀ ਚੋਣ ਮਨੋਰਥ ਪੱਤਰ ਦੀ ਗੱਲ ਕਰਦਾ ਹੈ, ਕਿਉਂਕਿ ਉਹਨਾਂ ਨੇ ਬਹੁਤ ਪਹਿਲਾਂ ਹੀ ਕਈ ਨੁਕਤੇ 13 ਨੁਕਤੇ ਪ੍ਰੋਗਰਾਮ ਉਹਨਾਂ ਦਾ ਬਣਾ ਦਿੱਤਾ ਸੀ। ਹਾਲਾਂਕਿ ਜਿਹਨੇ ਬਣਾਇਆ ਸੀ ਉਹ ਬਾਅਦ ਵਿੱਚ ਇਹਨਾਂ ਦਾ ਪ੍ਰਚਾਰ ਪ੍ਰਸਾਰ ਛੱਡ ਕੇ ਚਲੇ ਗਏ ਸੀ। ਜੇ ਭਾਜਪਾ ਦੀ ਗੱਲ ਕਰੀਏ ਤੇ ਉਹਨਾਂ ਨੇ ਵੀ ਬਾਕੀ ਦੋਨਾਂ ਤਿੰਨਾਂ ਧਿਰਾਂ ਵਾਂਗ ਹੀ 300 ਯੂਨਿਟ ਬਿਜਲੀ ਮੁਫਤ ਦੇਣ ਦੀ ਜਿਹੜੀ ਆ ਘੋਸ਼ਣਾ ਉਹ ਕਰ ਦਿੱਤੀ ਆ। ਪਰ ਬਿਜਲੀ ਬੋਰਡ ਦਾ ਹਾਲ ਕੀ ਆ? ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਕਿੰਨੇ ਨੇ? ਬਿਜਲੀ ਬੋਰਡ ਵਿੱਚ ਕੱਚੇ ਮੁਲਾਜ਼ਮ ਕਿੰਨੇ ਨੇ? ਬਿਜਲੀ ਬੋਰਡ ਦੇ ਮੁਲਾਜ਼ਮ ਤਰੱਕੀਆਂ ਤੋਂ ਵਾਂਝੇ ਕਿੰਨੇ ਬੈਠੇ ਹੋਏ ਨੇ? ਉਹਨਾਂ ਦੇ ਬਿਲਡਿੰਗਾਂ ਦੇ ਹਾਲਾਤ ਕੀ ਨੇ? ਜਦੋਂ ਉਹਨਾਂ ਦੇ ਮੁਲਾਜ਼ਮ ਘਰਾਂ ਦੇ ਵਿੱਚ ਆਉਂਦੇ ਨੇ ਜਾਂ ਕਿਤੇ ਬਿਜਲੀ ਦਾ ਫਾਲਟ ਹੋਵੇ ਤੇ ਉਹਨਾਂ ਕੋਲ ਆਪਣੇ ਔਜ਼ਾਰ ਤੱਕ ਨਹੀਂ ਹੁੰਦੇ, ਉਸ ਬੋਰਡ ਨੂੰ ਕਿਵੇਂ ਸੁਧਾਰਨਾ ਇਹ ਨਹੀਂ ਕਿਸੇ ਨੇ ਦੱਸਿਆ। ਬਿਜਲੀ ਮੁਫਤ ਕਰਨ ਦੀ ਗੱਲ ਜਿਹੜੀ ਆ ਉਹ ਜ਼ਰੂਰ ਕਰ ਦਿੱਤੀ ਆ, ਪਰ ਇਹਦੇ 'ਚ ਇਕੱਲੀ ਬੀਜੇਪੀ ਨਹੀਂ, ਚਾਹੇ ਉਹ ਕਾਂਗਰਸ ਪਾਰਟੀ ਸੀ ਜਦੋਂ ਉਹਨਾਂ ਨੇ ਪਾਵਰ ਸ਼ਿਫਟ ਕੀਤੀ ਉਹਨਾਂ ਨੇ ਤੇ ਮੁਫਤ ਕਰ ਹੀ ਦਿੱਤੀ ਸੀ। ਬਿੱਲ ਵੀ ਕਾਫੀ ਘੱਟ ਆਏ ਨੇ, ਇਹ ਗੱਲ ਬਿਲਕੁਲ ਠੀਕ ਹੈ ਜੀ। ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਬੜੇ ਸਮੇਂ ਤੋਂ ਇਹ ਗੱਲ ਸੁਣਦੇ ਹਾਂ ਕਿ ਬੇਰੁਜ਼ਗਾਰੀ ਭੱਤਾ ਮਿਲੇਗਾ। ਜਦੋਂ ਕਿਸੇ ਪੜ੍ਹੇ ਲਿਖੇ ਨੂੰ ਨੌਕਰੀ ਨਹੀਂ ਮਿਲੇਗੀ, ਉਹਨੂੰ ਜਿੰਨੀ ਦੇਰ ਤੱਕ ਨੌਕਰੀ ਨਹੀਂ ਮਿਲਦੀ ਉਸ ਤੋਂ ਬਾਅਦ ਉਹਨੂੰ ਬੇਰੁਜ਼ਗਾਰੀ ਭੱਤਾ ਜਿਹੜਾ ਦਿੱਤਾ ਜਾਵੇਗਾ। 4000 ਰੁਪਇਆ ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਕੀਤੀ ਆ। ਔਰਤਾਂ ਨੂੰ ਤੇ ਅੰਗਹੀਣਾਂ ਵਾਲੀ ਪੈਨਸ਼ਨ ਜਿਹੜੀ ਆ ਉਹਨੂੰ 3000 ਕਰਨ ਦੀ ਗੱਲ ਕੀਤੀ ਆ। ਇੱਕ ਹੋਰ ਉਹਨਾਂ ਨੇ ਵੱਡੀ ਗੱਲ ਕੀਤੀ ਆ ਕਿ ਜਿਨ੍ਹਾਂ ਕਿਸਾਨਾਂ ਕੋਲ ਜ਼ਮੀਨ ਨਹੀਂ ਹੈ, ਜਿਹੜੇ ਲੋਕ ਖੇਤੀ ਨਾਲ ਜੁੜੇ ਹੋਏ ਨੇ, ਠੇਕੇ ਤੇ ਖੇਤੀ ਕਰਦੇ ਨੇ ਜਾਂ ਲੈਂਡਲੈਸ ਫਾਰਮਰਸ ਨੇ, ਉਹਨਾਂ ਨੂੰ 1 ਲੱਖ ਏਕੜ ਜ਼ਮੀਨ ਜਿਹੜੀ ਆ ਉਹ ਵੰਡਣ ਦੀ ਗੱਲ ਕੀਤੀ ਆ। ਉਹ ਸਰਕਾਰੀ ਜ਼ਮੀਨਾਂ ਚੋਂ ਦਿੱਤੀ ਜਾਵੇਗੀ ਜਾਂ ਜਿਹੜੀਆਂ ਸ਼ਾਮਲਾਟ ਆ ਉਹਨਾਂ ਚੋਂ ਦਿੱਤੀ ਜਾਵੇ ਉਹ ਨਹੀਂ ਹੈ ਪਤਾ ਹੈ, ਪਰ ਉਹ ਜਿਹੜੀ ਖਬਰ ਆ ਉਹ ਬੜੀ ਚੰਗੀ ਪੜ੍ਹਨ ਨੂੰ ਸੁਣਨ ਨੂੰ ਲੱਗਦੀ ਆ ਕਿ ਜਿਹੜੇ 1 ਲੱਖ ਬੇਜ਼ਮੀਨੇ ਕਿਸਾਨ ਨੇ ਉਹਨਾਂ ਨੂੰ ਜ਼ਮੀਨ ਜਿਹੜੀ ਆ ਉਹ ਦਿੱਤੀ ਜਾਵੇਗੀ। ਐਕਸਗ੍ਰੇਸ਼ੀਆ ਗ੍ਰਾਂਟ ਸੀ ਜਿਹੜੀ ਉਹਨੂੰ 50 ਲੱਖ ਤੋਂ ਵੱਧ ਕੇ 1 ਕਰੋੜ ਕਰਨ ਦੀ ਗੱਲ ਕੀਤੀ ਆ। 5 ਏਕੜ ਤੱਕ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਕੀਤੀ ਆ। ਸੋ ਕੁੱਲ ਮਿਲਾ ਕੇ ਜਿਹੜਾ ਹੈ ਕਾਫੀ ਸੋਹਣਾ ਦੇਖਣ ਨੂੰ ਵੀ ਤੇ ਪੜ੍ਹਨ ਨੂੰ ਵੀ ਤੇ ਸੁਣਨ ਨੂੰ ਵੀ ਜਿਹੜਾ ਆ ਉਹਨਾਂ ਨੇ ਇੱਕ ਆਪਣਾ ਬਣਾਇਆ ਹੈ। ਪਰ ਇਸ ਚੋਣ ਮਨੋਰਥ ਪੱਤਰ ਨੂੰ ਤੇ ਇਸ ਪੱਤਰ ਨੂੰ ਬਣਾਉਣ ਵਾਲੀ ਪਾਰਟੀ ਤੇ ਉਸਦੇ ਗੱਠਜੋੜ ਨੂੰ ਵੋਟਾਂ ਕਿੰਨੀਆਂ ਪੈਣੀਆਂ, ਸੀਟਾਂ ਕਿੰਨੀਆਂ ਮਿਲਣੀਆਂ, ਉਹਦੇ ਬਾਰੇ ਹਾਲੇ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਜਿੰਨਾ ਕੁ ਐਨਾਲਿਸਿਸ ਅਸੀਂ ਪੰਜਾਬ ਦੀ ਇਲੈਕਸ਼ਨ ਦਾ ਇਸ ਵਾਰ ਹੁਣ ਤੱਕ ਕਰ ਰਹੇ ਹਾਂ ਉਹਦੇ ਅਧੀਨ ਇਦਾਂ ਲੱਗਦਾ ਹੈ ਕਿ ਜਿਹੜੀਆਂ 3 ਧਿਰਾਂ ਨੇ ਉਹ ਸਰਕਾਰ ਦੇ ਵਿੱਚ ਸਰਕਾਰ ਬਣਾਉਣ ਲਈ ਚੋਣਾਂ ਲੜ ਰਹੀਆਂ ਨੇ। ਆਮ ਆਦਮੀ ਪਾਰਟੀ, ਕਾਂਗਰਸ ਤੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਾਲਾ ਗੱਠਜੋੜ ਤੇ 2 ਧਿਰਾਂ। ਹਾਲਾਂਕਿ ਸੰਯੁਕਤ ਸਮਾਜ ਮੋਰਚੇ ਤੋਂ ਬਹੁਤ ਸਾਰੀਆਂ ਆਸਾਂ ਸਨ, ਪਰ ਇਦਾਂ ਲੱਗਦਾ ਕਿ ਉਹ ਆਪਣੀ ਉਹ ਪਛਾਣ ਤੇ ਉਹ ਜਿਹੜੀ ਇੱਕ ਤੀਬਰਤਾ ਜਿਹੜੀ ਉਹਨਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਬਣਾਈ ਸੀ, ਜਿਹੜੀ ਇੱਕ ਪੈਂਠ, ਉਹਨੂੰ ਕਾਇਮ ਨਹੀਂ ਰੱਖ ਸਕੀ। ਤੇ ਉਹ ਵੀ ਇਦਾਂ ਲੱਗ ਰਿਹਾ ਕਿ ਉਹ ਜਿਹੜੀ ਪਰਿਵਰਤਨ ਵਾਲੀ ਵੋਟ ਸੀ, ਜਿਹੜੀ ਬਦਲਾਅ ਦੀ ਵੋਟ ਸੀ, ਜਿਹੜੀ ਰਵਾਇਤੀ ਪਾਰਟੀਆਂ ਤੋਂ ਹਟ ਕੇ ਜਿਹੜੀ ਵੋਟ ਆਮ ਆਦਮੀ ਪਾਰਟੀ ਨੂੰ ਜਾਣੀ ਸੀ, ਉਹਦੇ 'ਚ ਕਿਤੇ ਨਾ ਕਿਤੇ ਡੈਂਟ ਜ਼ਰੂਰ ਪਾਉਣਗੇ। ਕੁਝ ਵੋਟ ਉਹ ਕਿਸਾਨੀ ਵਾਲੀ ਬਾਕੀ ਪਾਰਟੀਆਂ ਦੀ ਵੀ ਖਿੱਚਣ ਦੀ ਯਤਨ ਜਿਹੜਾ ਉਹ ਜ਼ਰੂਰ ਕਰਨਗੇ, ਪਰ ਹਾਲ ਦੀ ਘੜੀ ਉਹ ਇਦਾਂ ਲੱਗਦਾ ਕਿ ਉਹ ਵੀ ਜਿਹੜੀ ਧਿਰ ਆ ਉਹ ਬਹੁਤ ਤਾਕਤਵਰ ਹੋ ਕੇ ਚੋਣਾਂ ਦੇ ਵਿੱਚ ਹੁਣ ਤੱਕ ਨਹੀਂ ਲੱਗ ਰਹੀ। ਕੱਲ ਕੋਈ ਵੱਡੀ ਘਟਨਾ ਘਟ ਜਾਏ, ਕੋਈ ਹਾਲਾਤ ਬਦਲ ਜਾਣ ਤੇ ਅਸੀਂ ਕਹਿ ਨਹੀਂ ਸਕਦੇ ਜੀ। ਬਿਲਕੁਲ ਇਸੇ ਤਰੀਕੇ ਜਿਹੜੀ ਪਾਰਟੀ ਇਸ ਵੇਲੇ ਕੇਂਦਰ ਵਿੱਚ 8 ਸਾਲ ਤੋਂ ਸੱਤਾ 'ਚ ਹੈ, ਪੰਜਾਬ ਦੇ ਵਿੱਚ ਉਹ ਅਕਾਲੀ ਦਲ ਦੇ ਨਾਲ ਮਿਲ ਕੇ ਚੋਣ ਜ਼ਰੂਰ ਲੜਦੀ ਸੀ, ਪਰ ਉਹਨਾਂ ਦਾ ਜਿਹੜਾ ਹਿੱਸਾ ਆ ਬਹੁਤ ਛੋਟਾ ਹੁੰਦਾ ਸੀ। ਹੁਣ ਉਹਨਾਂ ਨੇ ਨਵੇਂ ਭਾਈਵਾਲ ਜ਼ਰੂਰ ਤਲਾਸ਼ੇ ਨੇ। ਅਕਾਲੀ ਦਲ ਸੰਯੁਕਤ ਵਾਲੇ ਢੀਂਡਸਾ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਸਾਬਕਾ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੀ ਕਾਂਗਰਸ ਲੋਕ ਕਾਂਗਰਸ ਬਣਾਈ ਹੋਈ ਜਿਹੜੀ ਪਾਰਟੀ ਸੀ, ਪਰ ਉਹਨਾਂ ਦਾ ਵੀ ਕੁਝ ਹਾਲਾਤ ਜਿਹੜੇ ਨੇ ਇਸ ਤਰੀਕੇ ਦੇ ਸਾਜ਼ਗਾਰ ਨਹੀਂ ਲੱਗਦੇ ਕਿ ਉਹ ਸਰਕਾਰ ਦੇ ਵਿੱਚ ਆ ਸਕਣਗੇ ਜਾਂ ਉਹਨਾਂ ਦੇ ਕੁਝ ਲੋਕ ਵੀ ਜਿੱਤ ਸਕਣਗੇ। ਪਰ ਫਿਰ ਵੀ ਜੇ ਅਸੀਂ ਗੱਲ ਕਰੀਏ ਕਿ ਜਿਹੜੇ ਮੁੱਦਿਆਂ ਨੂੰ ਲੈ ਕੇ ਮੈਨੀਫੈਸਟੋ ਤਿਆਰ ਕੀਤੇ ਜਾ ਰਹੇ ਨੇ, ਲੋਕਾਂ ਨੂੰ ਦੱਸੇ ਜਾ ਰਹੇ ਨੇ ਕਿ ਇੱਕ ਪਾਰਟੀ ਇੱਕ ਮੈਨੀਫੈਸਟੋ ਤਿਆਰ ਕਰਦੀ ਹੈ ਤਾਂ ਉਹਦੇ ਨਾਲ ਰਲਦੇ ਮਿਲਦੇ ਬਾਕੀ ਸਾਰੇ ਮੈਨੀਫੈਸਟੋ ਦੇ ਵਿੱਚ ਆਪਣੇ ਉਹੀ ਐਲਾਨ ਕਰ ਦਿੰਦੇ ਨੇ। ਪਰ ਜੇ ਅਸੀਂ ਪਿੱਛੇ ਝਾਤ ਮਾਰੀਏ 2017 ਦੇ ਵਿੱਚ ਤਾਂ ਉਸ ਵੇਲੇ ਇੱਕ ਮੁੱਦਾ ਕਾਫੀ ਭਖਿਆ ਸੀ, ਉਹ ਸੀ ਵਾਤਾਵਰਣ ਸੰਭਾਲ ਦਾ ਮੁੱਦਾ, ਜੋ ਕਿ ਇਸ ਵਾਰੀ 2022 ਦੀਆਂ ਚੋਣਾਂ ਦੇ ਵਿੱਚ ਕਿਧਰੇ ਨਾ ਕਿਧਰੇ ਗਾਇਬ ਲੱਗਦਾ। ਤੇ ਹੁਣ ਬੀਤੇ ਦਿਨੀ ਕੁਝ ਵਾਤਾਵਰਣ ਪ੍ਰੇਮੀਆਂ ਵੱਲੋਂ ਇੱਕ ਮੈਨੀਫੈਸਟੋ ਵਾਤਾਵਰਣ ਦੇ ਨਾਲ ਰਿਲੇਟਡ ਜਾਰੀ ਕੀਤਾ ਗਿਆ। ਕੀ ਕਹਿਣਾ ਚਾਹੋਗੇ? ਬਿਲਕੁਲ ਹਰਪ੍ਰੀਤ ਜੀ, ਤੁਹਾਡੀ ਗੱਲ ਠੀਕ ਆ ਕਿ ਜਿਹੜੇ ਚੋਣ ਮਨੋਰਥ ਪੱਤਰ ਨੇ ਉਹ ਇੱਕ ਦੂਜੇ ਵਰਗੇ ਹੀ ਬਣਾਏ ਜਾਂਦੇ ਨੇ, ਪਰ ਇਹਦੇ ਲਈ ਤੁਸੀਂ ਇਹਨਾਂ ਨੂੰ ਇਹਦੀ ਗਲਤੀ ਨਹੀਂ ਕਹਿ ਸਕਦੇ ਕਿਉਂਕਿ ਇਹੀ ਸਟੇਟ ਆ, ਇਹੀ ਹਾਲਾਤ ਨੇ, ਉਹੀ ਮੁੱਦੇ ਨੇ, ਉਹੀ ਮੁੱਦੇ ਸਾਰੀਆਂ ਪਾਰਟੀਆਂ ਨੇ ਐਡਰੈਸ ਕਰਨੇ ਆ ਤੇ ਕਮੋ ਬੇਸ਼ ਘੱਟ ਕਿਸੇ ਦਾ ਥੋੜਾ ਬਹੁਤਾ ਵੱਧ ਹੱਲ ਕਰਨ ਦੇ ਤਰੀਕੇ ਵੀ ਉਹੋ ਜਿਹੇ ਨੇ ਕਿਉਂਕਿ ਸਾਰੇ ਹੀ ਮੁਫਤ ਵੰਡ ਕੇ ਵੋਟਾਂ ਲੈਣੀਆਂ ਚਾਹੁੰਦੇ ਨੇ ਤੇ ਮਸਲਿਆਂ ਨੂੰ ਹੱਲ ਕਰਨ ਵਾਲੀ ਗੱਲ ਜਿਹੜੀ ਆ ਉਹ ਕਿਧਰੇ ਨਜ਼ਰ ਨਹੀਂ ਆਉਂਦੀ। ਬਿਲਕੁਲ ਤੁਹਾਡਾ ਜਿਹੜਾ ਅਗਲਾ ਸਵਾਲ ਆ ਵਾਤਾਵਰਣ ਨੂੰ ਲੈ ਕੇ, ਉਹ ਬਿਲਕੁਲ ਦਰੁਸਤ ਹੈ ਕਿਉਂਕਿ ਅਸੀਂ ਜਦੋਂ
ਗੱਲਾਂ ਸਮਝਦੇ ਹਾਂ ਕਿ ਹਵਾ ਸਾਫ਼ ਪਾਣੀ ਤੇ ਸਾਫ਼ ਵਾਤਾਵਰਣ, ਸ਼ੁੱਧ ਹਵਾ, ਸ਼ੁੱਧ ਪਾਣੀ ਤੇ ਸ਼ੁੱਧ ਤੇ ਸਾਫ਼ ਵਾਤਾਵਰਣ ਜਿਹੜਾ ਆ ਉਹ ਜ਼ਿੰਦਗੀ ਦੀਆਂ ਬੇਸ਼ਕੀਮਤੀ ਲੋੜਾਂ ਨੇ, ਬਹੁਤ ਹੀ ਅਤਿਅੰਤ ਜ਼ਰੂਰੀ ਵਾਲੀਆਂ ਚੀਜ਼ਾਂ ਨੇ। ਪਰ ਅਸੀਂ ਤਰੱਕੀ ਦੇ ਨਾਮ ਤੇ ਬਹੁਤ ਸਾਰੇ ਵਿਕਾਸ ਦੇ ਨਾਂ ਦੇ ਉੱਤੇ ਜਿੰਨਾ ਨੁਕਸਾਨ ਆਪਣੇ ਕੁਦਰਤੀ ਸਾਧਨਾਂ ਦਾ ਕੀਤਾ ਬੀਤੇ ਦਿਨਾਂ ਦੇ ਵਿੱਚ, ਚਾਹੇ ਉਹ ਪਾਣੀ ਸੀ, ਚਾਹੇ ਉਹ ਹਵਾ ਹੈ, ਤੇ ਇਹਨਾਂ ਦੋਨਾਂ ਨੂੰ ਮਿਲ ਕੇ ਹੀ ਸਾਡਾ ਜਿਹੜਾ ਵਾਤਾਵਰਣ ਬਣਦਾ ਉਹਦਾ ਨੁਕਸਾਨ ਕੀਤਾ। ਤੇ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਨਿੱਠ ਕੇ ਐਨਾਲਿਸਿਸ ਕਰਦੇ ਨੇ, ਬੋਲਦੇ ਨੇ ਤੇ ਇਸ ਮੁੱਦੇ ਨੂੰ ਸਾਹਮਣੇ ਲਿਆ ਕੇ ਰੱਖਦੇ ਨੇ। ਅਸੀਂ ਜਾਣਦੇ ਹਾਂ ਕਿ ਕਾਰਬਨ ਦੀ ਜਿਹੜੀ ਪੈਦਾਵਾਰ ਆ ਉਹਨੂੰ ਲੈ ਕੇ ਦੁਨੀਆ ਦੇ ਵਿੱਚ ਵੱਡੇ ਵੱਡੇ ਸੰਮੇਲਨ ਹੁੰਦੇ ਰਹਿੰਦੇ ਨੇ ਤੇ ਅਮਰੀਕਾ ਦਾ ਅਕਸਰ ਇਸ ਮਸਲੇ ਦੇ ਉੱਤੇ ਘਿਰਾਵ ਹੁੰਦਾ ਆ। ਗ੍ਰੇਟਾ ਥੈਨਬਰਗ ਨਾਂ ਦੀ ਛੋਟੀ ਜਿਹੀ ਕੁੜੀ ਨੇ ਕਈ ਵਾਰ ਇਸ ਮੁੱਦੇ ਨੂੰ ਵਰਲਡ ਪੱਧਰ ਤੇ ਉਠਾਇਆ ਤੇ ਬਾਈਡਨ ਨੇ ਹਾਲਾਂਕਿ ਉਸ ਮਸਲੇ ਦੇ ਉੱਤੇ ਫਿਰ ਬਹੁਤਾ ਜਿਹੜੀ ਤਵੱਕੋ ਨਹੀਂ ਦਿੱਤੀ ਤੇ ਜਿਹੜੇ ਪਿਛਲੇ ਸੀਗੇ ਰਾਸ਼ਟਰਪਤੀ ਅਮਰੀਕਾ ਦੇ ਟਰੰਪ ਸਾਹਿਬ, ਉਹ ਵੀ ਇਸ ਮੁੱਦੇ ਤੋਂ ਭੱਜਦੇ ਹੀ ਨਜ਼ਰ ਆਉਂਦੇ ਸੀ ਕਿਉਂਕਿ ਸਭ ਤੋਂ ਵੱਧ ਕਾਰਬਨ ਦਾ ਉਤਸਰਜਨ ਕਰਦੇ ਉਹ ਦੇਸ਼ ਨੇ। ਅੰਮ੍ਰਿਤਸਰ ਦੇ ਵਿੱਚ ਹੀ ਇੱਕ ਪ੍ਰੋਗਰਾਮ ਉਲੀਕਿਆ ਗਿਆ ਜਿਹਦੇ ਵਿੱਚ ਵੱਡੇ ਵਾਤਾਵਰਣ ਪ੍ਰੇਮੀ ਜਾਂ ਸੁਹਿਰਦ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿਹਦੇ ਵਿੱਚ ਉਨਮਿੰਦਰ ਦੱਤ ਜਿਹੜੇ ਕਿ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਹੋਏ ਨੇ, ਨਾਲ ਦੀ ਨਾਲ ਪੁਰਾਣੇ ਸਾਡੇ ਇੱਕ ਸਾਬਕਾ IAS ਕਾਹਨ ਸਿੰਘ ਪੰਨੂ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ 'ਚ ਰਹੇ, ਜਿਨ੍ਹਾਂ ਨੇ ਪੰਜਾਬ ਦੀ ਖੇਤੀ ਦੇ ਵਿੱਚ ਪਰਾਲੀ ਨੂੰ ਬਾਲਣ ਤੋਂ ਰੋਕਣ ਲਈ ਬਹੁਤ ਵੱਡੀ ਮਾਤਰਾ ਦੇ ਵਿੱਚ ਸਬਸਿਡਾਈਜ਼ਡ ਮਸ਼ੀਨਰੀ ਜਿਹੜੀ ਕਿਸਾਨਾਂ ਨੂੰ ਉਪਲਬਧ ਕਰਾਉਣ ਲਈ ਜਦੋਜਹਿਦ ਕੀਤੀ ਤੇ ਉਹ 'ਚ ਸਫਲ ਵੀ ਰਹੇ। ਤੇ ਨਾਲ ਦੀ ਨਾਲ ਬੇਈ ਨੂੰ ਸਾਫ਼ ਕਰਨ ਵਾਲੇ ਸੰਤ ਸੀਚੇਵਾਲ ਜਿਹੜੇ ਇਸ ਚੀਜ਼ ਨੂੰ, ਇਸ ਮੁੱਦੇ ਨੂੰ ਬਹੁਤ ਸਾਹਮਣੇ ਹੋ ਕੇ ਉਠਾਉਂਦੇ ਨੇ, ਉਹ ਵੀ ਉਹਦੇ 'ਚ ਸ਼ਾਮਲ ਸੀ। ਉਸ ਵੇਲੇ ਉਹਨਾਂ ਨੇ 3-4 ਗੱਲਾਂ ਜਿਹੜੀਆਂ ਸਾਹਮਣੇ ਰੱਖੀਆਂ, 1947 ਵਾਲਾ ਕਾਨੂੰਨ, 1981 ਵਾਲਾ ਕਾਨੂੰਨ ਤੇ 1986 ਵਾਲਾ ਵਾਤਾਵਰਣ ਕਾਨੂੰਨ, ਹਵਾ ਵਾਲਾ ਕਾਨੂੰਨ, ਇਹਨਾਂ ਨੂੰ ਲਾਗੂ ਕਰਨ ਦੀ ਗੱਲ ਕੀਤੀ ਤੇ ਜਿਹੜੇ ਫਿਰ ਇਹਨਾਂ ਕਾਨੂੰਨ ਨੂੰ ਉਲੰਘਣਾ ਕਰਨ ਉਹਨਾਂ ਦੇ ਉੱਤੇ ਵੱਡੀਆਂ ਸਜ਼ਾਵਾਂ ਜਾਂ ਉਸ ਕਾਨੂੰਨ ਨੂੰ ਪੂਰੇ ਦੇ ਤਰੀਕੇ ਦੇ ਨਾਲ ਅਮਲ ਵਿੱਚ ਲਿਆਉਣ ਦੀ ਜਿਹੜੀ ਉਹ ਗੱਲ ਕੀਤੀ। ਅਸੀਂ ਜਾਣਦੇ ਹਾਂ ਕਿ ਇੱਥੇ ਕਿੰਨਾ ਕੁ ਪਾਣੀ ਦਾ ਖਿਆਲ ਰੱਖਿਆ ਜਾਂਦਾ, ਕਿੰਨੇ ਕੁ ਨਾਲੇ ਜਿਹੜੇ ਨੇ ਗੰਦੇ ਪਾਣੀ ਦੇ ਜਿਹੜੇ ਉਹ ਦਰਿਆਵਾਂ ਵਿੱਚ ਰਲਾ ਦਿੱਤੇ ਜਾਂਦੇ ਨੇ, ਫੈਕਟਰੀਆਂ ਦਾ ਜਿਹੜਾ ਵੇਸਟ ਆ ਉਹ ਕਿੰਨੇ ਸ਼ਾਨਦਾਰ ਤਰੀਕੇ ਦੇ ਨਾਲ ਪਾਣੀਆਂ ਦੇ ਵਿੱਚ ਸੁੱਟ ਦਿੱਤਾ ਜਾਂਦਾ। ਲੁਧਿਆਣੇ ਵਾਲੇ ਬੁੱਢੇ ਨਾਲੇ ਦੀ ਗੱਲ ਅਸੀਂ ਸਾਰੇ ਜਾਣਦੇ ਹਾਂ। ਆਮ ਤੌਰ ਤੇ ਜਿਹੜਾ ਤੁਹਾਡਾ 에ਅਰ ਕੁਆਲਿਟੀ ਇੰਡੈਕਸ ਅਸੀਂ ਜਦੋਂ ਵੀ ਕਿਤੇ ਪੜ੍ਹਦੇ ਹਾਂ ਆਪਣੇ, ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਵੀ ਉਹ ਰੋਜ਼ ਦੀ ਰੋਜ਼ ਛਪਦਾ ਆ, ਤੁਹਾਡੇ ਸਮਾਰਟਫੋਨਾਂ ਦੇ ਵੀ ਆਉਂਦਾ, ਤਾਂ ਫਿਰ ਸਾਹਮਣੇ ਨਜ਼ਰ ਆਉਂਦੀ ਹੈ ਗੱਲ ਕਿ ਸਾਡੇ ਲਈ ਸਾਹ ਲੈਣਾ ਵੀ ਜਿਹੜਾ ਇੱਥੇ ਉਹ ਮੁਸ਼ਕਲ ਹੈ। ਉਹਨਾਂ ਨੇ ਉਹ ਗੱਲਾਂ ਜ਼ਰੂਰ ਸਾਹਮਣੇ ਰੱਖੀਆਂ ਤੇ ਉੱਥੇ ਇੱਕ ਵੱਡੀ ਗੱਲ ਹੋਰ ਵੀ ਆ, ਕੁਝ ਸੁਹਿਰਦ ਰਾਜਨੀਤੀ ਵਾਲੇ ਲੋਕ ਵੀ ਉੱਥੇ ਆਏ ਸੀ। ਅੰਮ੍ਰਿਤਸਰ ਤੋਂ ਇਲੈਕਸ਼ਨ ਲੜ ਰਹੇ ਸਾਬਕਾ ਬਿਊਰੋਕਰੇਟ ਜਿਹੜੇ ਨੇ ਕੁੰਵਰ ਵਿਜੇ ਪ੍ਰਤਾਪ, ਉਹ ਵੀ ਉੱਥੇ ਪਹੁੰਚੇ ਸੀ ਤੇ ਨਵਜੋਤ ਸਿੰਘ ਸਿੱਧੂ ਵੀ ਉੱਥੇ ਆਏ ਸੀ ਤੇ ਉਹਨਾਂ ਨੇ ਐਦ ਵੀ ਲਿਆ, ਗੱਲ ਵੀ ਕੀਤੀ ਆਪਣੀ, ਉਹਨਾਂ ਦੀ ਗੱਲ ਮੰਨੀ ਵੀ ਆ ਕਿ ਜੇ ਸਰਕਾਰ ਜਦੋਂ ਬਣੇਗੀ ਤੇ ਅਸੀਂ ਇਸ ਚੀਜ਼ ਦੇ ਉੱਤੇ ਧਿਆਨ ਜ਼ਰੂਰ ਰੱਖਾਂਗੇ। ਪਰ ਇਹਦੇ ਵਿੱਚ ਮੈਨੂੰ ਇਦਾਂ ਲੱਗਦਾ ਕਿ ਉਹਨਾਂ ਨੇ ਇੱਕ ਚੰਗੀ ਪਹਿਲ ਕੀਤੀ ਆ। ਜਿਵੇਂ ਕਿ ਅਸੀਂ ਬਹੁਤ ਵਾਰ ਇਸ ਬਹਿਸ ਦੇ ਵਿੱਚ ਜ਼ਿਕਰ ਦੇ ਵਿੱਚ ਇਹ ਗੱਲ ਲੈ ਕੇ ਆਉਂਦੇ ਆ ਕਿ ਮੁੱਦੇ ਜਿਹੜੇ ਉਹ ਗਾਇਬ ਰਹਿੰਦੇ ਨੇ, ਪਰ ਜੇਕਰ ਇਹੋ ਜਿਹੀਆਂ ਧਿਰਾਂ, ਇਹੋ ਜਿਹੇ ਲੋਕ ਮੁੱਦਿਆਂ ਨੂੰ ਸਾਹਮਣੇ ਰੱਖਦੇ ਨੇ ਤੇ ਫਿਰ ਸਰਕਾਰਾਂ ਲਈ ਵੀ ਇਹ ਗੱਲ ਜਿਹੜੀ ਆ ਉਹ ਕਿਤੇ ਨਾ ਕਿਤੇ ਇੰਪੋਰਟੈਂਟ ਤਾਂ ਬਣੇਗੀ। ਜੀ ਸ਼ਰਮਾ ਜੀ, ਲੋਕਾਂ ਵੱਲੋਂ ਜੇ ਅਸੀਂ ਦੇਖਿਆ ਜਾਈਏ, ਨਵਜੋਤ ਸਿੰਘ ਸਿੱਧੂ ਨੇ ਕੁੰਵਰ ਪ੍ਰਤਾਪ ਸਿੰਘ ਨਾਲ ਜੇ ਹੱਥ ਮਿਲਾਇਆ, ਇਸ ਚੀਜ਼ ਨੂੰ ਤਾਂ ਮੁੱਦਾ ਬਣਾ ਲਿਆ, ਪਰ ਜੇ ਦੇਖਿਆ ਜਾਏ ਮੁੱਦਾ ਜਿਸ ਚੀਜ਼ ਨੂੰ ਬਣਾਉਣਾ ਚਾਹੀਦਾ ਹੈ ਉਹ ਸਾਡਾ ਵਾਤਾਵਰਣ, ਸਾਫ਼ ਹਵਾ, ਸਾਫ਼ ਪਾਣੀ ਜੋ ਸਾਨੂੰ ਚਾਹੀਦੇ ਨੇ, ਸਾਡੀ ਜ਼ਿੰਦਗੀ ਲਈ ਲੋੜੀਂਦੇ ਨੇ, ਉਹਨਾਂ ਨੂੰ ਮੁੱਦਾ ਬਣਾ ਕੇ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਨੇ। ਸੋ ਅੱਜ ਦੀ ਸਮੀਖਿਆ ਨੂੰ ਇੱਥੇ ਹੀ ਸਮੇਟਦੇ ਹੋਏ ਮੈਨੂੰ ਤੇ ਸ਼ਰਮਾ ਜੀ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ TV।